ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ। डोलन ते राखो प्रभु, नानक दे कर हाथ। ठीकर फोर दलीस सिर, प्रभु पुर किया प्यान। तेग बहादुर सी किरया, करी न किन्हु मान। तेग बहादुर के चलत, पयो जगत को शोक। है सब जग पयो, जय 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 सुरलोक। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਐਵੇਂ ਸ਼ਹੀਦੀ ਸਾਕਾ ਵਰਤਾ ਕੇ ਸੱਚਖੰਡ ਨੂੰ ਬਿਆਨਾ ਕਰਦੇ ਨੇ ਤੇ ਇਹ ਸਾਰਾ ਜਿਹੜਾ ਦਿੱਲੀ ਦਾ ਇਲਾਕਾ ਹੈ ਉਹ ਹੈ ਕਰ ਰਿਹਾ। ਇੱਕ ਵਿਚਾਰਕ ਕਹਿੰਦਾ ਹੈ ਕਿ ਇਸ ਹੈ ਦਾ ਅਰਥ ਜਿਵੇਂ ਉਹ ਕਹਿ ਰਹੇ ਨੇ ਵੀ ਹੈ ਕੋਈ ਸਾਡਾ ਵੀ ਹੈ ਸਭ ਜਗ ਪਿਓ, ਜੈ 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 ਸੁਰਲੋਕ। ਤੇ ਸਾਰੇ ਦੇਵੀ ਦੇਵਤਾ ਮਹਾਰਾਜ ਦੀ ਆਰਤੀ ਕਰਦੇ ਨੇ, ਵਿਮਾਨ ਲੈ ਕੇ ਆਉਂਦੇ ਨੇ ਤੇ ਆਪਣੀ ਸਮਰੱਥਾ ਅਨੁਸਾਰ ਅੱਗੇ ਤੱਕ ਗੁਰੂ ਸਾਹਿਬ ਨਾਲ ਜਾਂਦੇ ਨੇ ਜਦ ਗੁਰੂ ਸਾਹਿਬ ਸੱਚਖੰਡ ਬਿਆਨਾ ਕਰਦੇ ਨੇ। ਹੁਣ ਇੱਥੇ ਔਰੰਗਜ਼ੇਬ ਕੀ ਕਹਿ ਰਿਹਾ ਵੀ ਹੈ ਕੋਈ ਗੁਰੂ ਦਾ ਸਿੱਖ ਜਿਹੜਾ ਅੱਗੇ ਆਏ ਤੇ ਸੀਸ ਅਲੋਪ ਹੋ ਚੁੱਕਿਆ ਤੇ ਇਸ ਧੜ ਦਾ ਸੰਸਕਾਰ ਕਰ ਲਵੇ ਆ ਕੇ ਆਪਣੀ ਰੀਤੀ ਅਨੁਸਾਰ। ਤੇ ਉਸ ਤੋਂ ਇਲਾਵਾ ਨਾਲ ਸਖਤੀ ਨਾਲ ਪਹਿਰੇ ਹੋਰ ਵਧਾ ਦਿੱਤੇ ਗਏ ਨੇ। ਜੇ ਸਿੱਖਾਂ ਨੂੰ ਮਹਾਰਾਜ ਦਾ ਸਰੀਰ ਦੇਣਾ ਹੀ ਸੀ ਤੇ ਪਹਿਰੇ ਕਿਉਂ ਲਗਾਤੇ? ਦੋਨੋਂ ਤਰਫ ਚੱਲ ਰਿਹਾ ਨਾ, ਪਹਿਰੇ ਵੀ ਵਧਾਤੇ ਨੇ, ਕੋਈ ਲੈ ਨਾ ਜਾਏ ਚੱਕ ਕੇ ਮਹਾਰਾਜ ਦਾ ਸਰੀਰ। ਤੇ ਜਿਹੜਾ ਉਹ ਵੀ ਕਰ ਦਿੱਤਾ ਹੈ, ਬੁਨਿਆਦੀ ਵੀ ਫਿਰਾ ਦਿੱਤੀ ਹੈ ਵੀ ਕੋਈ ਗੁਰੂ ਦਾ ਸਿੱਖ ਹੈ ਤੇ ਆ ਕੇ ਲੈ ਜਾਏ। ਤੇ ਕੋਈ ਡਰ ਦੇ ਮਾਰੇ ਅੱਗੇ ਨਹੀਂ ਆਉਂਦਾ। ਤੇ ਉਸ ਸਮੇਂ ਜਿਨ੍ਹਾਂ ਨੇ ਵੀ ਸਿੱਖੀ ਲੈ ਲਿੱਤੀ ਸੀ ਗੁਰੂ ਪਾਸੋਂ, ਉਹਨਾਂ ਸਾਰਿਆਂ ਨੇ ਜਿਵੇਂ ਭੇਸ ਬਦਲਾਇਆ ਹੋਇਆ ਸੀ। ਸਭ ਨੂੰ ਆਪਣੇ ਚਿੰਤਾ ਸੀ ਵੀ ਕਿਵੇਂ ਅੱਗੇ ਵਧਿਆ ਜਾਏ, ਕਿਉਂਕਿ ਇਹ ਤੇ ਮਾਰ ਦੇਣਗੇ ਪਰਿਵਾਰ ਸਮੇਤ। ਉਹਨਾਂ ਨੂੰ ਤਾਂ ਸ਼ੱਕ ਹੋ ਜਾਏਗਾ ਵੀ ਸੀਸ ਵੀ ਅਸੀਂ ਅਲੋਪ ਕੀਤਾ। ਜਦੋਂ ਐਵੇਂ ਮਨ ਵਿੱਚ ਵਿਚਾਰ ਆਉਂਦੀ ਹੈ ਕੋਈ ਅੱਗੇ ਨਹੀਂ ਆਉਂਦਾ। ਤੇ ਕਹਿੰਦੇ ਨੇ ਉਸੇ ਸਮੇਂ ਜਿਹੜੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਜਿਨ੍ਹਾਂ ਦਾ ਨਾਮ ਆਉਂਦਾ ਹੈ, ਉਹ ਵਣਜਾਰੇ ਲੰਬਾਣੇ ਜਾਤੀ ਤੋਂ, ਉਹ ਆਪਣੇ ਵਪਾਰ ਦੇ ਸਿਲਸਿਲੇ ਤੇ ਦਿੱਲੀ ਤੋਂ ਬਾਹਰ ਸੀ। ਉਹ ਜਦੋਂ ਆਉਂਦੇ ਨੇ ਤੇ ਇਹ ਸਭ ਸੁਣਦੇ ਨੇ ਇਹ ਸਾਕਾ ਤੇ ਮਨ ਵਿੱਚ ਬਹੁਤ ਹੀ ਦੁਖੀ ਹੁੰਦੇ ਨੇ, ਵੈਰਾਗ ਕਰਦੇ ਨੇ। ਫਿਰ ਮਹਾਰਾਜ ਦੇ ਸਰੀਰ ਦੇ ਦਰਸ਼ਨ ਕਰਨ ਚਾਂਦਨੀ ਚੌਂਕ ਉਸ ਪਹਿਰੇ ਅੰਦਰ ਆਉਂਦੇ ਨੇ ਤੇ ਦੂਰੋਂ ਮਹਾਰਾਜ ਦੇ ਦਰਸ਼ਨ ਕਰਦੇ ਨੇ। ਵੈਰਾਗ ਇੰਨਾ ਵੱਧ ਜਾਂਦਾ ਤੇ ਸੋਚਦੇ ਨੇ ਕਿ ਗੁਰੂ ਦਾ ਸਰੀਰ ਐਵੇਂ ਪਿਆ ਹੋਏ, ਗੁਰੂ ਚਲੇ ਜਾਣ ਤੇ ਅਸੀਂ ਇੱਥੇ ਐਵੇਂ ਬੈਠੇ ਰਹੀਏ, ਸਾਡੀ ਸਿੱਖ ਹੋਣ ਤੇ ਸਾਡੇ ਸਿੱਖੀ ਤੇ ધિੱਕਾਰ ਹੈ, ਸਾਡੇ ਜੀਵਨ ਤੇ ધિੱਕਾਰ ਹੈ। ਤੇ ਕਰੀਏ ਕੀ? ਇਹ ਚਾਂਦਨੀ ਚੌਂਕ ਵਿੱਚੋਂ ਮਹਾਰਾਜ ਦਾ ਜਿਹੜਾ ਸਰੀਰ ਹੈ ਉਹ ਕਿਸ ਤਰ੍ਹਾਂ ਲੈ ਕੇ ਜਾਈਏ ਤੇ ਕਿਵੇਂ ਮਰਿਆਦਾ ਅਨੁਸਾਰ ਮਹਾਰਾਜ ਦਾ ਆਦਰ ਨਾਲ ਇਹ ਸੰਸਕਾਰ ਹੋ ਸਕੇ ਇਸ ਸਰੀਰ ਦਾ। ਇਹ ਚਾਂਦਨੀ ਚੌਂਕ ਨਾਮ ਕਿਉਂ ਹੈ? ਵੀ ਲਾਲ ਕਿਲੇ ਤੇ ਜਿਵੇਂ ਮਸ਼ਾਲਾਂ ਬਹੁਤ ਜਗਾਉਂਦੇ ਸੀ ਨਾ, ਉਹਦੀ ਜਿਹੜੀ ਚਮਕ ਹੈ ਉਹਦੀ ਚਾਂਦਨੀ ਇਸ ਚੌਂਕ ਤੱਕ ਪੈਂਦੀ ਸੀ। ਇਸ ਚੌਂਕ ਦਾ ਨਾਮ ਪੈ ਗਿਆ ਵੀ ਚਾਂਦਨੀ ਚੌਂਕ, ਵੀ ਚਾਂਦਨੀ ਲਾਲ ਕਿਲੇ ਦੀ ਇਹ ਚੌਂਕ ਤੱਕ ਆਉਂਦੀ ਹੈ। ਤੇ ਉਹ ਫਵਾਰਾ ਚੌਂਕ ਅਸੀਂ ਅੱਜ ਕੱਲ੍ਹ ਜਿੱਥੇ ਮਹਾਰਾਜ ਦੇ ਸਿੱਖਾਂ ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨੂੰ ਫਵਾਰਾ ਚੌਂਕ ਵੀ ਕਹਿੰਦੇ। ਜਦੋਂ ਇਸ ਤਰ੍ਹਾਂ ਉਹ ਵਿਚਾਰ ਕਰ ਰਿਹਾ ਹੈ ਵੀ ਬੁਨਿਆਦੀ ਤੇ ਉਹ ਕਹਿੰਦਾ ਕਿ ਬਿਨਾਂ ਗੱਲ ਤੋਂ ਫਿਰਾਈ ਜਾ ਰਹੀ ਹੈ। ਭਾਈ ਲੱਕੀ ਸ਼ਾਹ ਵਣਜਾਰਾ ਜੀ ਆਪਣੇ ਮਨ 'ਚ ਵਿਚਾਰ ਕਰਦੇ ਨੇ ਜੇ ਇਹ ਸਰੀਰ ਸਾਨੂੰ ਦੇਣਾ ਹੀ ਹੁੰਦਾ ਤੇ ਇੰਨੀ ਸਖਤ ਪਹਿਰੇ ਵਿੱਚ ਰੱਖਣ ਦੀ ਲੋੜ ਨਹੀਂ ਸੀ। ਐਵੇਂ ਵਿਚਾਰ ਕਰਕੇ ਨਾ ਮਹਾਰਾਜ ਅੱਗੇ ਉੱਥੇ ਹੀ ਬੇਨਤੀ ਕਰਦੇ ਨੇ, ਜੇ ਆਪ ਜੀ ਸਹਾਇਕ ਹੋਵੋ ਤੇ ਕੋਈ ਐਵੇਂ ਦੀ ਵਿਉਂਤ ਬਣਾ ਲਵਾਂ ਕਿ ਇਹਨਾਂ ਨੂੰ ਪਤਾ ਵੀ ਨਾ ਚੱਲੇ ਤੇ ਆਦਰ ਸਤਿਕਾਰ ਨਾਲ ਸਾਰਾ ਜਿਹੜੀ ਮਰਿਆਦਾ ਅਨੁਸਾਰ ਹੈ ਉਹ ਸੰਸਕਾਰ ਵੀ ਹੋ ਜਾਏ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਬਿਰਧ ਆਈਏ ਸਭ ਥਾਈ ਹੋਏ ਸਹਾਈ। ਮਹਾਰਾਜ ਦਾ ਤੇ ਬਿਰਧ ਹੀ ਆਈਏ, ਮਹਾਰਾਜ ਨੇ ਤੇ ਜਿਵੇਂ ਬੇਨਤੀ ਸਵੀਕਾਰ ਕਰਨੀ ਹੈ ਵਾਰੀ। ਜਦੋਂ ਐਵੇਂ ਸੇਵਾ ਗੁਰੂ ਪਾਸੋਂ ਉੱਥੇ ਖੜੇ ਹੋ ਕੇ ਮੰਗੀ ਤੇ ਆਪਣੇ ਘਰ ਤੱਕ ਆਉਂਦੇ ਆਉਂਦੇ ਮਨ ਵਿੱਚ ਜਿਹੜੀ ਹੈ ਉਹ ਸਕੀਮ ਵੀ ਬਣ ਆਈ। ਲੱਕੀ ਸ਼ਾਹ ਵਣਜਾਰਾ ਜਿਹੜੇ ਹੈਗੇ ਨੇ ਉਹ ਚੰਗੇ ਇੱਕ ਅਮੀਰ ਵਪਾਰੀ ਨੇ। ਇਤਿਹਾਸ ਵਿੱਚ ਦਰਜ ਹੈ, ਜਿਵੇਂ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਵੀ ਕਿਸੇ ਕੋਲ
ਟਰੱਕਾਂ ਦੀ ਹੁੰਦੀ ਹੈ, ਕਿਸੇ ਕੋਲ ਟਰਾਲੇ ਹੁੰਦੇ ਨੇ, ਸਭ ਨੇ ਪਾਏ ਹੁੰਦੇ ਨਾ ਆਪਣੇ ਵਪਾਰ ਦੇ ਸਿਲਸਿਲੇ ਵਿੱਚ, ਕਿਸੇ ਨੇ ਜਹਾਜ਼ ਰੱਖੇ ਹੋਏ ਨੇ। ਇਹਨਾਂ ਕੋਲ ਉਸ ਸਮੇਂ 10,000 ਬਲਦ ਸੀ ਤੇ ਛਕੜਿਆਂ ਦੀ ਵੀ ਕੋਈ ਗਿਣਤੀ ਨਹੀਂ ਸੀ ਵੀ ਉਹ ਛਕੜੇ ਰੱਖੇ ਹੋਏ ਸੀ ਜਿਨ੍ਹਾਂ ਉੱਪਰ ਮਾਲ ਢੋਂਦੇ ਸੀ, ਜਿਵੇਂ ਕੋਈ ਵੱਡਾ ਅਲਾਟ ਆਉਂਦਾ ਹੋਵੇ ਮਾਲ ਢੋਣ ਵਾਸਤੇ। 10,000 ਦੀ ਗਿਣਤੀ ਲਿਖੀ ਹੈ ਕਿ ਬਲਦ ਹੈਗੇ ਸੀ। ਉਹਨਾਂ ਨੇ ਹੁਣ ਇਹ ਜਿਹੜਾ ਮਾਲ ਬਾਹਰੋਂ ਲੈ ਕੇ ਆਏ ਸੀ, ਛਕੜੇ ਵੀ ਆਪਣੇ ਪਾਸ ਉਸੇ ਸਮੇਂ ਜਿੱਥੇ ਰਕਾਬਗੰਜ ਸਾਹਿਬ ਗੁਰਦੁਆਰਾ ਹੈ ਸਥਾਪਿਤ ਹੈ, ਉੱਥੇ ਇਹਨਾਂ ਦਾ ਜਿਹੜਾ ਉਹ ਪਿੰਡ ਸੀ ਇੱਕ ਰਾਏ ਸੈਨਾ ਕਰਕੇ। ਉਸ ਜਗ੍ਹਾ 'ਤੇ ਸਾਰੇ ਵਣਜਾਰੇ ਲਬਾਣੇ ਇਕੱਠੇ ਰਹਿੰਦੇ ਸੀ। ਇਹਨਾਂ ਦਾ ਘਰ ਚੰਗਾ ਬਣਿਆ ਹੋਇਆ ਸੀ ਕਿਉਂਕਿ ਅਮੀਰ ਸੀ, ਤੇ ਆਸ-ਪਾਸ ਸਾਰੇ ਵਣਜਾਰਿਆਂ ਦੀ ਝੋਪੜੀਆਂ ਵੀ ਬਣੀਆਂ ਹੋਈਆਂ ਸੀ, ਜਿਹੜੇ ਸਾਰੇ ਮਿਲ ਕੇ ਉਸ ਪਿੰਡ ਵਿੱਚ ਰਹਿੰਦੇ ਸੀ। ਰਾਏ ਸੈਨਾ ਕਰਕੇ ਪਿੰਡ ਦਾ ਨਾਮ ਆਉਂਦਾ ਹੈ, ਜਿਹਨੂੰ ਅਸੀਂ ਅੱਜ ਰਕਾਬਗੰਜ ਸਾਹਿਬ ਕਰਕੇ ਜਾਣਦੇ ਹਾਂ। ਜਦੋਂ ਇੱਥੇ ਇਹ ਵਿਉਂਤ ਬਣਾਈ, ਸਾਰੇ ਲਬਾਣਿਆਂ ਨੂੰ ਨਾਲ ਇਕੱਠਾ ਕੀਤਾ ਵੀ ਬੜੀ ਜਲਦੀ ਇਹ ਕਾਰਜ ਕਰਨਾ ਹੈ, ਕਿਉਂਕਿ ਮਹਾਰਾਜ ਦੀ ਵੀ ਜਿਵੇਂ ਇਹੀ ਮਰਜ਼ੀ ਹੋਏ। ਕਹਿੰਦੇ ਆਪਣੇ 7 ਪੁੱਤਰ ਸੀ, 7 ਪੁੱਤਰਾਂ ਨੂੰ ਦੱਸਿਆ ਕਿ ਐਵੇਂ ਕਰਨਾ ਹੈ। ਸਾਰਿਆਂ ਨੇ ਜਿਹੜੀ ਇਹ ਸੇਵਾ ਹੈ ਉਹ ਬੜੀ ਖੁਸ਼ੀ ਨਾਲ ਕਰਨੀ ਚਾਹੀ, ਕਿਉਂਕਿ ਇਹ ਲਬਾਣੇ ਜਾਤੀਆਂ ਨੂੰ ਸਿੱਖੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਮਿਲਣੀ ਹੋਈ ਸੀ। ਮੱਖਣ ਸ਼ਾਹ ਲਬਾਣੇ ਵੀ ਆਉਂਦੇ ਨੇ ਨਾ, ਉਹਨਾਂ ਸਾਰਿਆਂ ਨੂੰ ਜਿਹੜੀ ਸਿੱਖੀ ਦੀ ਦਾਤ ਹੈ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਸਮੇਂ ਤੋਂ ਮਿਲਣੀ ਆ ਰਹੀ ਸੀ। ਤੇ ਗੁਰੂ ਨਾਨਕ ਪਾਤਸ਼ਾਹ ਦਾ ਹੀ ਵਚਨ ਸੀ ਕਿ ਬਾਣੀ ਦਾ ਪੱਲਾ ਨਹੀਂ ਛੱਡਣਾ, ਤੇ ਇਹ ਬਾਣੀ ਦੇ ਪੱਕੀ ਧਾਰਨੀ ਸੀ ਉਸ ਸਮੇਂ। ਹੈ ਜਿਹੜੇ ਲਬਾਣੇ ਵਣਜਾਰੇ ਜਾਤੀ ਦੇ ਨੇ, ਇਹਨਾਂ ਨੇ ਇਹ ਸਕੀਮ ਕਹਿੰਦੇ ਬਣਾਈ ਕਿ ਛਕੜਿਆਂ 'ਤੇ ਰੂਈ ਭਰ ਲਿੱਤੀ ਜਾਏ, ਤੇ ਰੂਈ ਦੇ ਬਹਾਨੇ ਕਿ ਮਾਲ ਲੈ ਕੇ ਜਾ ਰਹੇ ਹਾਂ ਤੇ ਬਲਦ ਸਾਰੇ ਨਾਲ ਲਗਾ ਦਿੱਤੇ ਜਾਣ, ਤੇ ਚੰਗਾ ਹੀ ਰੋਲਾ ਪਾਉਂਦੇ ਹੋਏ ਚਾਂਦਨੀ ਚੌਂਕ ਤੱਕ ਅੱਗੇ ਤੱਕ ਚਲੇ ਜਾਓ। ਤੇ ਫਿਰ ਆਪਣੇ 7 ਪੁੱਤਰਾਂ ਨੂੰ ਕਿਹਾ ਉੱਥੇ ਪਹੁੰਚ ਕੇ ਮਹਾਰਾਜ ਆਪ ਸਹਾਈ ਹੋਣਗੇ, ਤੇ ਕਿਸੇ ਤਰੀਕੇ ਵੀ ਮਰਿਆਦਾ ਨਾਲ ਪ੍ਰੇਮ ਨਾਲ ਉਸ ਸਰੀਰ ਉੱਥੋਂ ਦੀ ਚੱਕ ਕੇ ਆਪਣੇ ਛਕੜੇ 'ਚ ਰੱਖ ਲੈਣਾ ਰੂਈ ਵਾਲੇ 'ਚ। ਐਵੇਂ ਰੂਈ ਦੇ ਉਹਨਾਂ ਨੇ 400 ਛਕੜੇ ਤਿਆਰ ਕਰ ਲਿੱਤੇ ਵੀ ਜਿਹੜਾ ਮਾਲ ਲੈ ਕੇ ਆਏ ਨੇ ਉਹ 400 ਛਕੜੇ, ਤੇ ਨਾਲ ਜਿੰਨੇ ਬਲਦ ਬਚਦੇ ਨੇ ਉਹ ਸਾਰੇ ਬਲਦ ਕਹਿੰਦੇ ਲਾਰਾਂ ਦੀਆਂ ਲਾਰਾਂ ਨਾਲ ਲਗਾ ਲਿੱਤੀਆਂ। ਹੁਣ ਵੈਸੇ ਹੀ ਉਸ ਸਮੇਂ ਜਿਹੜੀ ਹਨੇਰੀ ਝੁੱਲੀ ਹੋਈ ਹੈ ਉਹ ਉਲਟੇ ਵੇਗ ਨਾਲ ਹਵਾ ਚੱਲ ਰਹੀ ਹੈ, ਕਿਉਂਕਿ ਜ਼ੁਲਮ ਬਹੁਤ ਹੋਇਆ। ਜਿਹੜੀ ਹਵਾ ਹੈ ਕਹਿੰਦੇ ਨੇ ਵਾਯੂ ਬੜੀ ਉਲਟੇ ਵੇਗ ਨਾਲ ਚੱਲ ਰਹੀ, ਜਿਹੜੀ ਮਿੱਟੀ ਉਡਾਉਂਦੀ ਹੈ ਉਹ ਵਾਲੀ ਹਵਾ ਚੱਲਦੀ ਪਈ ਹੈ, ਠਹਿਰੀ ਨਹੀਂ ਹਵਾ। ਤੇ ਮਿੱਟੀ ਕੱਟੇ ਨਾਲ ਤੇ ਉਹ ਜ਼ੁਲਮ ਸਿਤਮ ਹੋਣ ਨਾਲ ਜਿਹੜੀ ਲੁਕਾਈ ਹੈ, ਜਿਹੜੇ ਸਾਰੇ ਵਸਨੀਕ ਨੇ ਉਸ ਇਲਾਕੇ ਦੇ, ਉਹ ਸਾਰੇ ਆਪਣੇ ਆਪਣੇ ਘਰਾਂ ਨੂੰ ਹੀ ਵੜੇ ਹੋਏ ਨੇ। ਤੇ ਇਹ ਵਣਜਾਰੇ ਜਿਹੜੇ ਨੇ ਜਦੋਂ ਬਲਦਾਂ ਨੂੰ ਲੈ ਕੇ ਨਿਕਲਦੇ ਨੇ ਨਾ, ਤੇ ਉਹ 10,000 ਬਲਦ ਦੇ ਪੈਰਾਂ ਨਾਲ ਹੋਰ ਮਿੱਟੀ ਉੱਡਦੀ ਹੈ, ਤੇ ਇੱਕ ਤਰ੍ਹਾਂ ਦਾ ਇੱਕ ਧੁੰਦਲਾ ਜਿਹਾ ਮੌਸਮ ਹੋ ਜਾਂਦਾ ਹੈ। ਤੇ ਇਹ ਲੋਕ ਨਿਕਲਦੇ ਨੇ ਜਿਵੇਂ ਮਹਾਰਾਜ ਦੀ ਸ਼ਹੀਦੀ 10:30 11 ਦੇ ਕਰੀਬ ਹੁੰਦੀ ਹੈ, ਤੇ ਇਹ ਜਦੋਂ ਹਨੇਰਾ ਪੈਣ ਨੂੰ ਹੋ ਜਾਂਦਾ ਹੈ ਨਾ ਥੋੜਾ, ਜਿਵੇਂ ਅਸੀਂ ਰਹਿਰਾਸ ਸਾਹਿਬ ਦਾ ਸਮਾਂ ਜਾਣਦੇ ਹਾਂ, ਉਸ ਸਮੇਂ ਇਹ ਕਹਿੰਦੇ ਨੇ ਕਿ ਆਪਣੇ ਬਲਦਾਂ ਨੂੰ ਲੈ ਕੇ ਨਿਕਲਦੇ ਨੇ, ਤੇ ਬੜੀ ਜ਼ੋਰ ਦੀ ਰੋਲਾ ਪਾਉਂਦੇ ਨੇ, ਤੇ ਹੱਥ ਵਿੱਚ ਜੰਗੀ ਸੋਟੀਆਂ ਫੜ ਲੈਂਦੇ ਨੇ। ਜੇ ਲੜਨਾ ਪਿਆ ਤੇ ਲੜ ਵੀ ਲਵਾਂਗੇ। ਸੋਟੀਆਂ ਕਿਸ ਬਹਾਨੇ ਨਾਲ ਫੜੀਆਂ ਹੋਈਆਂ ਨੇ? ਬਲਦਾਂ ਨੂੰ ਹਾਂਕਣ ਲਈ, ਕਿ ਅਸੀਂ ਇਹਨਾਂ ਨੂੰ ਹਾਂਕ ਰਹੇ ਹਾਂ ਵੀ ਕਿਸੇ ਨੂੰ ਸ਼ੱਕ ਵੀ ਨਾ ਹੋਏ। ਤੇ ਕਹਿੰਦੇ ਨੇ ਬਲਦਾਂ ਵਾਲੀ ਜਿਹੜੀ ਭਾਸ਼ਾ ਹੈ ਨਾ, ਉਹਨਾਂ ਨੂੰ ਹਾਂਕਣ ਦੀ ਉੱਚੀ ਰੋਲਾ ਪਾਉਂਦੇ ਨੇ, ਤਾਂ ਕਿ ਜਿਹੜੇ ਸੈਨਿਕ ਨੇ ਨਾ ਆਪਸ ਵਿੱਚ ਉਹ ਚੰਗੀ ਤਰ੍ਹਾਂ ਗੱਲ ਨਾ ਕਰ ਸਕਣ। ਜਦੋਂ ਅਸੀਂ ਕਿਸੇ ਬਹੁਤ ਸ਼ੋਰ ਵਾਲੇ ਸਥਾਨ 'ਤੇ ਹੁੰਦੇ ਹਾਂ, ਆਪਸ ਵਿੱਚ ਗੱਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਹਿੰਦੇ ਉਹ ਰੋਲਾ ਪਾਉਂਦੇ ਨੇ, ਟਰ ਟਰ, ਹਟ ਹਟ, ਚੱਲ ਚੱਲ, ਐਵੇਂ ਜਿਹੜੀ ਉਹਨਾਂ ਦੀ ਭਾਸ਼ਾ ਹੈ। ਉਹ ਬੜੇ ਹੀ ਬਲਦਾਂ ਦਾ ਵੀ ਰੋਲਾ ਐਵੇਂ ਕਰਦੇ ਇਹ ਜਿਹੜਾ ਚਾਂਦਨੀ ਚੌਕ ਦਾ ਬਾਜ਼ਾਰ ਹੈ, ਇਹ ਅੱਜ ਤੋਂ ਨਹੀਂ ਕਹਿੰਦੇ ਨੇ ਸ਼ੁਰੂ ਤੋਂ ਹੀ ਸੰਘਣਾ ਬਾਜ਼ਾਰ ਸੀ। ਜਦੋਂ ਇੱਥੇ ਉਹ ਬਲਦਾਂ ਨੂੰ ਲੈ ਕੇ ਛਕੜਿਆਂ ਨੂੰ ਲੈ ਕੇ ਆ ਜਾਂਦੇ ਨੇ, ਤੇ ਸੈਨਿਕ ਜਿਹੜੇ ਨੇ ਖੜੇ ਨੇ ਪਹਿਰੇ 'ਤੇ, ਉਹ ਦੂਰੋਂ ਵੇਖਦੇ ਨੇ ਤੇ ਉਹ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਇੱਥੇ ਕਿਵੇਂ ਆ ਰਹੇ ਹੋ, ਪਰ ਉਹ ਫਟਾਫਟ ਬਲਦਾਂ ਨੂੰ ਲੈ ਕੇ ਅੱਗੇ ਤੱਕ ਜੋ ਸੋਚਿਆ ਹੁੰਦਾ ਹੈ ਕਿ ਉਸ ਪਹਿਰੇ ਵਾਲੇ ਸਥਾਨ ਤੱਕ ਪਹੁੰਚ ਹੀ ਜਾਣਾ ਹੈ। ਕਹਿੰਦੇ ਉੱਥੇ ਆਪਣੇ ਬਲਦਾਂ ਨੂੰ ਹਾਂਕਦੇ ਹੋਏ ਪਹੁੰਚ ਜਾਂਦੇ ਨੇ, ਤੇ ਕੁਝ ਜਿਹੜੇ ਸਿਪਾਹੀ ਨੇ ਜਿਨ੍ਹਾਂ ਨੇ ਰੋਜੀ ਰੋਟੀ ਵਾਸਤੇ ਸੈਨਾ ਦੀ ਨੌਕਰੀ ਕਰਨੀ ਹੈ, ਉਹਨਾਂ ਨੂੰ ਜਾਨ ਵੀ ਪਿਆਰੀ ਹੈ, ਉਹ ਐਵੇਂ ਬਲਦਾਂ ਨੂੰ ਵੇਖ ਕੇ, ਜਿਨ੍ਹਾਂ ਦੇ ਇੰਨੇ ਸਿੰਘ ਹੁੰਦੇ ਨੇ, ਕੁਝ ਤੇ ਵੈਸੇ ਹੀ ਡਰ ਦੇ ਮਾਰੇ ਪਰੇ ਹੋ ਜਾਂਦੇ ਨੇ ਕਿ ਇੰਨੀ ਦੌੜ ਕੇ ਬਲਦ, ਇੰਨੀ 10,000 ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, 400 ਛਕੜੇ, ਉਹ ਇੰਨੀ ਤੇਜ਼ੀ ਨਾਲ ਦੌੜ ਕੇ ਆ ਰਹੇ ਨੇ, ਤੇ ਉਹ ਸਾਰੇ ਸੈਨਿਕ ਆਪ ਹੀ ਪਿੱਛੇ ਹੋ ਜਾਂਦੇ ਨੇ। ਜਿਹੜੇ ਪਹਿਰੇ ਤੇ ਹੋਰ ਵੱਡੇ ਸੈਨਾ ਦੇ ਅਧਿਕਾਰੀ ਖੜੇ ਨੇ, ਉਹ ਰੋਕਣ ਦਾ ਯਤਨ ਕਰਦੇ ਨੇ, ਤੇ ਕਹਿੰਦੇ ਨੇ ਜਿਹੜਾ ਲੱਕੀ ਸ਼ਾਹ ਵਣਜਾਰਾ ਜੀ ਨੇ ਨਾ, ਉਹ ਜਮਨਾ ਦੀ ਸਾਈਡ ਤੋਂ ਪਰਲੇ ਸਾਈਡ ਤੋਂ ਆਉਂਦੇ, ਜਿਹੜੀ ਅਸੀਂ ਮਜਨੂ ਟਿੱਲੇ ਵਾਲੀ ਸਾਈਡ ਮੰਨਦੇ ਆ ਨਾ, ਉਸ ਤਰਫ ਤੋਂ ਆਉਂਦੇ ਨੇ, ਉਸ ਤਰਫ ਤੋਂ। ਤੇ ਇਧਰੋਂ ਹੋਰ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਜਾਂਦੇ ਨੇ ਵੀ ਸਾਰੇ ਪਾਸੋਂ ਬਲਦ ਲੈ ਕੇ ਅੱਗੇ ਚਲੇ ਜਾਈਏ।
ਜਦੋਂ ਉਹ ਉੱਥੇ ਪਹੁੰਚਦੇ ਨੇ ਤੇ ਐਵੇਂ ਜਾਣਦੇ ਨੇ ਵੀ ਉਹ ਸਾਰੇ ਸਿਪਾਹੀਆਂ ਦਾ ਜਿਹੜਾ ਧਿਆਨ ਹੈ ਨਾ ਉਹ ਬਲਦਾਂ ਵੱਲ ਤੇ ਛਕੜਿਆਂ ਵੱਲ, ਆਪਣੀ ਜਾਨ ਬਚਾਉਣ ਵੱਲ, ਐਵੇਂ ਉਹ ਬਲਦਾਂ ਨੂੰ ਉੱਥੋਂ ਹਟਾਉਣ ਵੱਲ ਚਲਾ ਗਿਆ ਤੇ ਕਿਸੇ ਦੀ ਵੀ ਨਜ਼ਰ ਹੁਣ ਮਹਾਰਾਜ ਦੇ ਸਰੀਰ ਉੱਪਰ ਨਹੀਂ ਹੈ। ਤੇ ਲੱਕੀ ਸ਼ਾਹ ਵਣਜਾਰਾ ਜੀ ਆਪਣੇ ਪੁੱਤਰਾਂ ਨਾਲ ਮਿਲ ਕੇ ਪਹਿਲੇ ਨਮਸਕਾਰ ਕਰਦੇ ਨੇ ਗੁਰੂ ਸਾਹਿਬ ਦੇ ਚਰਨਾਂ ਤੇ, ਮੱਥਾ ਟੇਕ ਕੇ ਫਿਰ ਛੋਟੀ ਬੇਨਤੀ ਸੋਧ ਕੇ ਕਿ ਆਪ ਹੀ ਸਹਾਇਕ ਹੋਣਾ ਮਹਾਰਾਜ, ਇਹ ਸੇਵਾ ਆਪ ਤੁਸਾਂ ਲੈਣੀ। ਤੇ ਐਵੇਂ ਬੜੇ ਆਦਰ ਨਾਲ ਮਹਾਰਾਜ ਦੇ ਜਿਹੜਾ ਉੱਪਰਲਾ ਰੂਹ ਹਟਾ ਕੇ ਥੱਲੇ ਵਾਲੇ ਰੂਹ ਜਿਹੜਾ ਵਿਛਾਈ ਕੀਤੀ ਹੋਈ ਹੈ ਉਹਦੇ ਉੱਪਰ ਮਹਾਰਾਜ ਦਾ ਸਰੀਰ ਰੱਖ ਕੇ ਜਿਹੜਾ ਧੜ ਹੈ ਉਹ ਸੀਸ ਤੋਂ ਬਗੈਰ, ਬੜੇ ਮਨ 'ਚ ਵੈਰਾਗ ਕਿ ਮਹਾਰਾਜ ਦਾ ਸੀਸ ਨਹੀਂ ਹੈ, ਉੱਪਰ ਉਹ ਰੂਹ ਨਾਲ ਢੱਕ ਕੇ ਉੱਥੋਂ ਦੀ ਛਕੜਾ ਜਦੋਂ ਲੈ ਕੇ ਨਿਕਲਦੇ ਨੇ ਤੇ ਪ੍ਰਤੱਖ ਦੇਖਦੇ ਨੇ, ਇਹ ਜਾਣਦੇ ਨੇ, ਮਹਿਸੂਸ ਕਰਦੇ ਨੇ ਕਿ ਇਹ ਆਪ ਗੁਰੂ ਤੇਗ ਬਹਾਦਰ ਸਾਹਿਬ ਵਰਤ ਰਹੇ ਨੇ ਜਿਹੜੇ ਸਭ ਥਾਈਂ ਸਹਾਈ ਹੁੰਦੇ ਨੇ। ਨਹੀਂ ਤੇ ਐਨੇ ਸਖਤ ਪਹਿਰੇ ਤੋਂ ਉਹ ਸਿਪਾਹੀਆਂ ਨੂੰ ਦੇਖ ਹੀ ਨਹੀਂ ਰਿਹਾ ਕਿ ਅਸੀਂ ਇਹ ਸੀਸ ਜਿਹੜਾ ਸਰੀਰ ਹੈ ਉਹ ਚੁੱਕ ਲਿੱਤਾ ਹੈ। ਬੜੇ ਹੈਰਾਨ ਹੁੰਦੇ ਨੇ, ਪਰ ਮਨ ਵਿੱਚ ਨਾ ਹੋਰ ਵੀ ਚੜ੍ਹਦੀ ਕਲਾ ਦਾ ਅਨੁਭਵ ਕਰਦੇ ਨੇ, ਕਿਉਂਕਿ ਜਾਣਨ ਲੱਗ ਜਾਂਦੇ ਨੇ ਕਿ ਗੁਰੂ ਸਾਹਿਬ ਪ੍ਰਤੱਖ ਵਰਤ ਰਹੇ ਨੇ ਤੇ ਗੁਰੂ ਸਾਹਿਬ ਵੀ ਇਹ ਸਾਰਾ ਵਰਤਾਰਾ ਆਪ ਕਰਾ ਰਹੇ ਨੇ। ਜਦੋਂ ਗੁਰੂ ਸਾਹਿਬ ਸਾਡੇ ਅੰਗ ਸੰਗ ਨੇ ਸਾਨੂੰ ਡਰਨ ਦੀ ਕੋਈ ਲੋੜ ਨਹੀਂ। ਜਦੋਂ ਇੱਥੋਂ ਦੀ ਸਰੀਰ ਲੈ ਕੇ ਥੋੜ੍ਹਾ ਅੱਗੇ ਨੂੰ ਚੱਲਦੇ ਨੇ, ਸਿਪਾਹੀਆਂ ਨੂੰ ਥੋੜ੍ਹਾ ਹੋਸ਼ ਆਉਂਦਾ ਹੈ ਵੀ ਮਹਾਰਾਜ ਦਾ ਤਾਂ ਇੱਥੋਂ ਦੀ ਧੜ ਵੀ ਗਾਇਬ ਹੋ ਗਿਆ। ਉਹਨਾਂ ਨੂੰ ਬੜਾ ਉਹ ਫਿਕਰ ਪੈ ਜਾਂਦਾ ਹੈ ਕਿ ਔਰੰਗਜ਼ੇਬ ਸਾਨੂੰ ਛੱਡੇਗਾ ਨਹੀਂ। ਬੜੀ ਭਾਲ ਹੁੰਦੀ ਏ, ਉਹਨਾਂ ਸਾਰਿਆਂ ਛਕੜਿਆਂ ਨੂੰ ਰੋਕ ਲਿੱਤਾ ਜਾਂਦਾ ਹੈ ਵੀ ਜਿਹੜਾ ਗੇਟ ਤੋਂ, ਦਿੱਲੀ ਦੇ ਗੇਟ ਤੋਂ ਪਾਰ ਨਾ ਹੋ ਜਾਣ, ਕਿਉਂਕਿ ਗੇਟ ਪਹਿਲੇ ਨਜ਼ਦੀਕ ਬਣੇ ਹੋਏ ਸੀ। ਕਹਿੰਦੇ ਜਦੋਂ ਰੋਕਦੇ ਨੇ, ਬਲਦਾਂ ਦੀ ਭਾਲ ਕਰਦੇ ਨੇ, ਉਹ ਜਿਹੜੇ ਸਾਰੇ ਵਣਜਾਰੇ ਨੇ ਉਹਨਾਂ ਦੀ ਭਾਲ ਕਰਦੇ ਨੇ। 400 ਛਕੜਾ ਸੀ ਤੁਹਾਡੇ ਕੋਲ, ਹੁਣ ਕਿੰਨੇ ਛਕੜੇ ਨੇ ਤੁਹਾਡੇ ਕੋਲ, ਤੇ ਗਿਣਤੀ ਕਰਦੇ ਨੇ ਤੇ ਗਿਣਤੀ ਵਿੱਚ ਕਦੀ ਛਕੜਾ ਇੱਕ ਘਟ ਜਾਂਦਾ ਹੈ ਤੇ ਕਦੀ ਇੱਕ ਵੱਧ ਜਾਂਦਾ ਹੈ। ਸਾਰੇ ਛਕੜਿਆਂ ਦੀ ਤਲਾਸ਼ੀ ਲੈਂਦੇ ਨੇ ਪਰ ਉਹ ਛਕੜੇ ਤੱਕ ਪਹੁੰਚਦੇ ਹੀ ਨਹੀਂ ਜਿੱਥੇ ਮਹਾਰਾਜ ਦਾ ਸਰੀਰ ਹੈਗਾ। ਜਦੋਂ ਐਵੇਂ ਉਹ ਸਾਰੇ ਕਹਿੰਦੇ ਨੇ ਵਣਜਾਰੇ ਵੇਖਦੇ ਨੇ ਨਾ ਵੀ ਇਹਨਾਂ ਕੋਲ ਤੇ ਗਿਣਤੀ ਨਹੀਂ ਹੋ ਰਹੀ ਉਸ ਛਕੜੇ ਦੀ, ਕਦੀ ਉਹ ਛਕੜੇ ਨੂੰ ਵਧਾ ਦਿੰਦੇ ਨੇ, ਕਦੀ ਘਟਾ ਦਿੰਦੇ ਨੇ, ਤੇ ਪ੍ਰਤੱਖ ਮਹਾਰਾਜ ਦਾ ਛਕੜਾ ਇਹਨਾਂ ਨੂੰ ਦਿਸ ਹੀ ਨਹੀਂ ਆ ਰਿਹਾ। ਤੇ ਵਣਜਾਰਿਆਂ ਵਿੱਚ ਐਸਾ ਬਲ ਹੋ ਆਉਂਦਾ ਹੈ, ਉਹ ਵਣਜਾਰੇ ਅੱਗੋਂ ਸੈਨਿਕਾਂ ਨੂੰ ਹੀ ਪੈ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਹੋ ਗਿਆ ਕਿ ਮਹਾਰਾਜ ਸਾਡੇ ਨਾਲ ਨੇ। ਜਦ ਮਹਾਰਾਜ ਕਿਸੇ ਨੂੰ ਦੇਖਣ ਹੀ ਨਹੀਂ ਦੇ ਰਹੇ, ਗਿਣਤੀ ਵੀ ਇਹਨਾਂ ਦੀ ਮੱਤ ਮਾਰੀ ਗਈ, ਇਹਨਾਂ ਕੋਲ ਗਿਣਤੀ ਨਹੀਂ ਸਾਡੇ ਛਕੜਿਆਂ ਦੀ ਹੋ ਪਾ ਰਹੀ। ਕਹਿੰਦੇ ਜਦੋਂ ਐਵੇਂ ਦੇਖਦੇ ਨੇ ਨਾ ਤੇ ਮਹਾਰਾਜ ਦੀ ਐਸੇ ਕੋਤਕ ਨੂੰ, ਐਸੇ ਨਾਲ ਹੋਣ ਨੂੰ, ਅੰਗ ਸੰਗ ਹੋਣ ਨੂੰ, ਐਸੇ ਬਿਰਧ ਪਾਲਣਾ ਕਰਨੇ ਵਾਲੇ ਸੁਭਾਵ ਨੂੰ, ਤੇ ਅੱਗੋਂ ਸਾਰੇ ਵਣਜਾਰੇ ਕਹਿੰਦੇ ਨੇ ਸਾਨੂੰ ਕਿਉਂ ਰੋਕਿਆ ਹੈ। ਉਹ ਕਹਿੰਦੇ ਨੇ ਤੁਹਾਨੂੰ, ਸੈਨਿਕ ਕਹਿੰਦੇ ਨੇ ਤੁਹਾਨੂੰ ਸਜ਼ਾਵਾਂ ਮਿਲਣਗੀਆਂ, ਤੁਹਾਡੀ ਚਮੜੀ ਉਧੇੜ ਦਾਂਗੇ, ਤੁਹਾਨੂੰ ਜੇਲ੍ਹ ਵਿੱਚ ਕਾਰਾਗ੍ਰਹਿ ਵਿੱਚ ਸੁੱਟ ਦੇਵਾਂਗੇ, ਕਿਉਂਕਿ ਇੱਥੋਂ ਧੜ ਜਿਹੜਾ ਉਹ ਗਾਇਬ ਹੋ ਗਿਆ। ਕਹਿੰਦੇ ਅਸੀਂ ਤੇ ਨਹੀਂ ਕੀਤਾ, ਸਾਡੀਆਂ ਤੇ ਤਲਾਸ਼ੀਆਂ ਹੋ ਰਹੀਆਂ ਨੇ ਕਿ ਇਹ ਹੁਕੂਮਤ ਇੰਨੀ ਜ਼ੁਲਮੀ ਹੋ ਗਈ ਹੈ, ਕੋਈ ਇਨਸਾਫ ਨਹੀਂ ਰਹਿ ਗਿਆ। ਜਦੋਂ ਉੱਚੀ ਉੱਚੀ ਨਾਰੇ ਲਗਾਉਂਦੇ ਨੇ ਨਾ ਕਿ ਵੀ ਗਾਇਬ ਤੇ ਤੁਹਾਡੀ ਲਾਪਰਵਾਹੀ ਕਰਕੇ ਹੋਇਆ, ਅਸੀਂ ਤੇ ਔਰੰਗਜ਼ੇਬ ਨੂੰ, ਰਾਜੇ ਨੂੰ ਕਵਾਂਗੇ ਆਪ ਲਾਪਰਵਾਹ ਨੇ, ਸਾਡੀ ਤੇ ਤਲਾਸ਼ੀਆਂ ਵੀ ਹੋ ਗਈਆਂ ਨੇ। ਉਹ ਸੈਨਿਕ ਥੋੜ੍ਹੇ ਡਰ ਜਾਂਦੇ ਨੇ, ਕਹਿੰਦੇ ਨੇ ਇਹਨਾਂ ਕੋਲ ਤੇ ਹੈ ਨਹੀਂ, ਇਹਨਾਂ ਨੂੰ ਤੇ ਜਾ ਲੈਣ ਦਿਓ ਤੇ ਭਾਲ ਕਰੋ ਕਿ ਗਿਆ ਕਿੱਥੇ। ਇਸ ਤਰ੍ਹਾਂ ਦਾ ਜਦੋਂ ਵਰਤਾਰਾ ਹੋ ਜਾਂਦਾ ਤੇ ਕਹਿੰਦੇ ਨੇ ਉਹ ਲੱਕੀ ਸ਼ਾਹ ਵਣਜਾਰਾ ਜੀ ਨੇ ਜਿਹੜੇ ਉਹ ਲੈ ਕੇ ਚਲੇ ਜਾਂਦੇ ਨੇ। ਹੁਣ ਜਦੋਂ ਘਰ ਜਾਂਦੇ ਨੇ, ਘਰ ਜਾਂਦੇ ਜਾਂਦੇ ਹੁਣ ਮਨ ਵਿੱਚ ਇਹ ਵੀ ਵਿਚਾਰ ਚੱਲ ਰਹੀ ਹੈ ਕਿ ਸੰਸਕਾਰ ਕਿਵੇਂ ਕਰਨਾ ਹੈ। ਜਿਹੜੇ ਨਾਲ ਦੇ ਸਾਥੀ ਨੇ ਤੇ ਪੁੱਤਰ ਨੇ ਉਹ ਕਹਿੰਦੇ ਨੇ ਕਿ ਜਿਹੜਾ ਇਹ ਸੰਸਕਾਰ ਹੈ ਨਾ ਜਲਦੀ ਤੋਂ ਪਹਿਲੇ ਹੋ ਜਾਣਾ ਚਾਹੀਦਾ, ਰੱਖਣਾ ਕੋਈ ਵਾਜਬ ਗੱਲ ਨਹੀਂ, ਚੰਗੀ ਗੱਲ ਨਹੀਂ, ਕਿਉਂਕਿ ਭਾਲ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਜੇ ਇੰਨੀ ਮਿਹਨਤ ਕਰ ਲਿੱਤੀ ਹੈ ਤੇ ਮਿਹਨਤ ਹੁਣ ਜ਼ਾਇਆ ਨਾ ਚਲੀ ਜਾਏ। ਜਦੋਂ ਐਵੇਂ ਸੋਚਦੇ ਨੇ ਤੇ ਉਹ ਕਹਿੰਦੇ ਨੇ ਕਿ ਬਈ ਚੰਦਨ ਦੀ ਫਟਾਫਟ ਲੱਕੜਾਂ ਦਾ ਇੰਤਜ਼ਾਮ ਕਰਕੇ ਲੱਕੀ ਸ਼ਾਹ ਵਣਜਾਰੇ ਨੇ ਆਪਣੇ ਘਰ ਅੰਦਰ ਉਹ ਚਿਖਾ ਤਿਆਰ ਕੀਤੀ, ਬਹੁਤ ਸਾਰਾ ਦੇਸੀ ਘਿਓ ਪਾਇਆ, ਉੱਥੇ ਜਪਜੀ ਸਾਹਿਬ ਦੀ ਬਾਣੀ ਵੀ ਪੜ੍ਹੀ, ਅਰਦਾਸ ਵੀ ਸੋਧੀ ਤੇ ਮਹਾਰਾਜ ਦਾ ਸੀਸ ਰੱਖ ਕੇ ਤੇ ਬਾਕੀ ਜਿਹੜੇ ਵਣਜਾਰੇ ਸੀ ਉਹਨਾਂ ਨੂੰ ਵੀ ਕਿਹਾ ਕਿ ਜ਼ਰੂਰੀ ਸਮਾਨ ਆਪਣੀ ਝੋਪੜੀਆਂ 'ਚੋਂ ਕੱਢ ਲਓ। ਤੇ ਕਹਿੰਦੇ ਨੇ ਉਹਨਾਂ ਨੇ ਸਿਰਫ ਉਹ ਆਪਣੇ ਲੱਕੀ ਸ਼ਾਹ ਵਣਜਾਰੇ ਨੇ ਸੰਸਕਾਰ ਕਰਨ ਦੀ ਭਾਵਨਾ ਨਾਲ ਸਿਰਫ ਆਪਣੇ ਘਰ ਨੂੰ ਅੱਗ ਨਹੀਂ ਲਗਾਈ, ਉਸ ਇਲਾਕੇ ਨੂੰ ਇੱਕ ਤਰ੍ਹਾਂ ਦਾ ਦਿਖਾਉਣ ਵਾਸਤੇ ਕਿ ਇਲਾਕੇ ਵਿੱਚ ਅੱਗ ਲੱਗ ਗਈ ਹੈ। ਤੇ ਉਹਨਾਂ ਨੇ ਨਾਲ ਦੇ ਵਣਜਾਰਿਆਂ ਨੇ ਵੀ ਆਪਣੀ ਝੋਪੜੀਆਂ ਨੂੰ ਵੀ ਅੱਗ ਲਗਾਤੀ ਸੀ ਵੀ ਅੱਗ ਬਹੁਤ ਲੱਗ ਗਈ ਹੈ। ਜੇ ਖਾਲੀ ਉਹਨਾਂ ਨੇ ਸੋਚਿਆ ਇੱਕ ਮਕਾਨ 'ਚ ਅੱਗ ਲੱਗੇਗੀ ਨਾ ਤੇ ਸੈਨਿਕ ਆ ਜਾਣਗੇ ਦੌੜ ਕੇ, ਅੱਗ ਬੁਝਾ ਵੀ ਲੈਣਗੇ। ਜਦੋਂ ਦੂਰ ਤੱਕ ਅੱਗ ਫੈਲੀ ਹੋਏਗੀ ਚਾਰੋਂ ਤਰਫ ਤੇ ਉਸ ਸਥਾਨ ਤੇ ਪਹੁੰਚਣਾ ਮੁਸ਼ਕਲ ਹੈ ਜਿੱਥੇ ਮਹਾਰਾਜ ਦਾ ਸੰਸਕਾਰ ਹੋ ਰਿਹਾ। ਇਹ ਜਾਣ ਕੇ ਉਹ ਸਾਰੇ ਵਣਜਾਰਿਆਂ ਨੇ ਆਪਣੀ ਝੋਪੜੀਆਂ ਨੂੰ ਉਸ ਸਮੇਂ ਅੱਗ ਲਗਾਤੀ ਸੀ। ਸਾਰੇ ਇਲਾਕੇ ਵਿੱਚ ਅੱਗ ਲਗਾ ਕੇ ਤੇ ਰੋਲਾ ਪਾਤਾ ਵੀ ਸਾਡੇ ਨਾਲ ਕਿਸੇ ਨੇ ਵੈਰ ਕਮਾਇਆ, ਦੇਖੋ ਸਾਡੇ ਇਲਾਕੇ 'ਚ ਕਿਸੇ ਨੇ ਅੱਗ ਲਗਾਤੀ ਹੈ। ਐਵੇਂ ਫਰੇਬ ਕੀਤਾ ਕੋਈ ਭੇਦ ਨਾ ਦੱਸੇ।
ਇੱਧਰ ਉੱਧਰ ਦੌੜਨ, ਐਵੇਂ ਕਹਿੰਦੇ ਐਵੇਂ ਐਵੇਂ ਸੈਨਾ ਨਾਲ ਫਰੇਬ ਕਰ ਲਿੱਤਾ ਕਿ ਵੀ ਜਿਵੇਂ ਅਸੀਂ ਅੱਗ ਬੁਝਾਉਣਾ ਚਾਹੁੰਦੇ ਹਾਂ ਪਰ ਸਾਡੇ ਕਾਬੂ ਨਹੀਂ ਆ ਰਹੀ। ਦੇਖੋ ਸਾਡੇ ਨਾਲ ਕਿੰਨਾ ਵੈਰ ਕਮਾਇਆ, ਸਾਡੇ ਇਲਾਕੇ 'ਚ ਅੱਗ ਲਗਾਤੀ, ਵੀ ਅਸੀਂ ਰੂਈ ਲੈ ਕੇ ਆਏ ਸੀ, ਸਾਡਾ ਸਾਰਾ ਜਿਹੜਾ ਵਪਾਰ ਨਸ਼ਟ ਹੋ ਜਾਏ, ਵੀ ਰੂਈ ਨੂੰ ਵੀ ਅੱਗ ਜਲਦੀ ਫੜਦੀ ਏ। ਕਹਿੰਦੇ ਉਹਨਾਂ ਨੇ ਇਸ ਤਰ੍ਹਾਂ ਦਾ ਉਹ ਵਰਤਾਰਾ ਕਰਤਾ ਵੀ ਉਹ ਜਿਵੇਂ ਉਹ ਦਇਆ ਦੀ ਸਥਿਤੀ ਵਿੱਚ ਆ ਗਏ ਸੈਨਿਕਾਂ ਸਾਹਮਣੇ। ਉਹ ਇਲਾਕੇ ਵਿੱਚ ਤੇ ਅੱਗ ਲੱਗ ਗਈ, ਸਾਰੀ ਰੂਈ ਬਰਬਾਦ ਹੋ ਗਈ ਜਿਹੜੀ ਹੁਣੇ ਲੈ ਕੇ ਆਏ ਸੀ ਛਕੜਿਆਂ ਵਿੱਚ ਢੋ ਕੇ। ਕਹਿੰਦੇ ਉਹ ਜਿਹੜਾ ਵਿਚਕਾਰ ਲੱਕੀ ਸ਼ਾਹ ਬੰਜਾਰਾ ਜੀ ਦਾ ਘਰ ਸੀ, ਉੱਥੇ ਤੱਕ ਤੇ ਕੋਈ ਪਹੁੰਚ ਨਹੀਂ ਸਕਿਆ। ਉੱਥੇ ਮਹਾਰਾਜ ਦਾ ਸੰਸਕਾਰ ਹੋਇਆ। ਜਦੋਂ ਸਾਰੀ ਅੱਗ ਬੁਝਾ ਰਹੇ ਨੇ ਤੇ ਜਦੋਂ ਜਾਣਿਆ ਕਿ ਸੰਸਕਾਰ ਹੋ ਚੁੱਕਿਆ ਹੈ, ਫਟਾਫਟ ਇਹਨਾਂ ਨੇ ਹਲੇ ਪੂਰਾ ਅੰਮ੍ਰਿਤ ਵੇਲਾ ਹੋਣ ਤੋਂ ਪਹਿਲੇ ਮਹਾਰਾਜ ਦਾ ਪੂਰਾ ਅੰਗੀਠਾ ਸੰਭਾਲ ਕੇ ਤੇ ਉਹ ਜਿਹੜੇ ਸਾਰਾ ਅੰਗੀਠਾ ਸਾਹਿਬ ਫੁੱਲ, ਉਹ ਜਿਹੜੀ ਅਸੀਂ ਕਹਿੰਦੇ ਹਾਂ ਰਾਖ, ਉਹ 2 ਘੜਿਆਂ ਵਿੱਚ ਪਿੱਤਲ ਦੀ ਭਰੀ ਤੇ ਉਹਨੂੰ ਉਸੇ ਧਰਤੀ ਵਿੱਚ ਬਹੁਤ ਡੂੰਘਾ ਕਰਕੇ ਦਬ ਦਿੱਤਾ ਕਿ ਕਿਸੇ ਨੂੰ ਪਤਾ ਹੀ ਨਾ ਚੱਲੇ ਕਿ ਇੱਥੇ ਕੀ ਵਰਤਾਰਾ ਵਰਤਿਆ ਸੀ। ਜਦੋਂ ਐਵੇਂ ਉਹਨਾਂ ਨੇ ਉੱਥੇ ਦਬ ਦਿੱਤਾ ਤੇ ਜਦੋਂ ਇਲਾਕੇ ਵਿੱਚ ਇਹ ਖਬਰ ਫੈਲ ਗਈ ਕਿ ਦੁਬਾਰਾ ਤੋਂ ਇਸ ਇਲਾਕੇ ਨੂੰ ਵਸਾਇਆ ਜਾਏਗਾ, ਵੀ ਇੱਥੇ ਅੱਗ ਲੱਗ ਗਈ ਏ, ਕਿਸੇ ਨੂੰ ਕੁਝ ਨਹੀਂ ਪਤਾ ਚੱਲਿਆ ਕਿ ਇੱਥੇ ਮਹਾਰਾਜ ਦੇ ਜਿਹੜੇ ਸੀ ਸਰੀਰ ਦਾ ਸੰਸਕਾਰ ਹੀ ਕੀਤਾ ਹੈ। ਸਿਰਫ ਇੰਨਾ ਹੀ ਨਹੀਂ ਕੀਤਾ, ਲੱਕੀ ਸ਼ਾਹ ਜੀ ਨੇ ਕਹਿੰਦੇ ਨੇ ਬਹੁਤ ਸਾਰੀ ਦੇਗ ਵੀ ਤਿਆਰ ਕਰਾਈ, ਸਿੱਖਾਂ ਵਿੱਚ ਦੇਗ ਵੀ ਵਰਤਾਈ ਗਈ ਤੇ ਸਵੇਰੇ ਸ਼ਬਦਾਂ ਦਾ ਗਾਇਨ ਵੀ ਕੀਤਾ ਉਹਨਾਂ ਨੇ। ਇੰਨੀ ਹਿੰਮਤ ਜੁਟਾਈ ਕਿਉਂਕਿ ਮਹਾਰਾਜ ਦੀ ਬਾਣੀ ਦੇ ਲੜ ਤੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਲੱਗੇ ਹੋਏ ਸੀ। ਤੇ ਉਹ ਪਿੱਤਲ ਦੀਆਂ ਗਾਗਰਾਂ ਅੱਜ ਵੀ ਰਕਾਬਗੰਜ ਸਾਹਿਬ ਗੁਰਦੁਆਰੇ, ਜਿੱਥੇ ਅਸੀਂ ਮੱਥਾ ਟੇਕਦੇ ਹਾਂ, ਭੋਰਾ ਜਿੱਥੇ ਥੋੜ੍ਹੀ ਨੀਚੇ ਕਰਕੇ ਬਣਾਇਆ ਹੈ, ਉੱਥੇ ਦਬੀਆਂ ਹੋਈਆਂ ਨੇ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨਾਂਦੇੜ ਵੱਲ ਜਾ ਰਹੇ ਸੀ, ਜਦੋਂ ਔਰੰਗਜ਼ੇਬ ਮਰ ਚੁੱਕਿਆ ਸੀ, ਜਿਸ ਸਮੇਂ ਮਹਾਰਾਜ ਦਾ ਜਿਹੜਾ ਜ਼ਫਰਨਾਮਾ ਹੈ ਉਹ ਪੜ੍ਹਨ ਕਰਕੇ ਤੇ ਮਹਾਰਾਜ ਨਾਂਦੇੜ ਵੱਲ ਜਾ ਰਹੇ ਨੇ ਤੇ ਦਿੱਲੀ ਦੇ ਇਲਾਕੇ ਵਿੱਚ ਆਏ ਨੇ, ਦਮਦਮਾ ਸਾਹਿਬ ਰੁਕੇ ਨੇ ਬਾਹਰ ਤੇ ਦਮਦਮਾ ਸਾਹਿਬ ਤੋਂ ਮਹਾਰਾਜ ਫਿਰ ਸੀਸਗੰਜ ਸਾਹਿਬ ਦਰਸ਼ਨ ਕਰਨ ਆਏ, ਜਿੱਥੇ ਪਿਤਾ ਜੀ ਦੀ ਸ਼ਹੀਦੀ ਹੋਈ ਹੈ। ਤੇ ਮਹਾਰਾਜ ਨੇ ਇੱਥੇ ਨਿਸ਼ਾਨ ਸਾਹਿਬ ਝੁਲਾਇਆ ਤੇ ਮਹਾਰਾਜ ਨੇ ਫਿਰ ਰਕਾਬਗੰਜ ਸਾਹਿਬ ਜਾ ਕੇ, ਜਿੱਥੇ ਸਥਾਨ ਹੈ ਮਹਾਰਾਜ ਦੇ ਸੰਸਕਾਰ ਕਰਨ ਦਾ 9ਵੇਂ ਪਾਤਸ਼ਾਹ ਦਾ, ਉੱਥੇ ਵੀ ਨਿਸ਼ਾਨ ਸਾਹਿਬ ਕਾਇਮ ਕੀਤਾ। ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਭਾਈ ਬਗੇਲ ਸਿੰਘ ਹੋਰੀ ਜਦੋਂ 30,000 ਸਿੱਖਾਂ ਨਾਲ ਦਿੱਲੀ ਫਤਿਹ ਕੀਤੀ ਤੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਇਆ, ਉਸ ਸਮੇਂ ਇਹ ਸਾਰੇ ਅਸਥਾਨਾਂ ਦੀ ਸੇਵਾ ਕਰਾਈ ਗਈ। ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ। ਰਕਾਬਗੰਜ ਸਾਹਿਬ ਦੀ ਸੇਵਾ ਕਰਾਉਣ ਵਿੱਚ ਇਹ ਗਾਗਰਾਂ ਦੀ ਭਾਲ ਦੀ ਨਿਸ਼ਾਨੀ ਜਿਹੜੀ ਉਹ ਲੱਭਣੀ ਪਈ ਸੀ, ਕਿਉਂਕਿ ਜ਼ਮੀਨ ਕਾਫੀ ਉੱਪਰ ਹੋ ਜਾਂਦੀ ਹੈ ਸਮਾਂ ਬਦਲਣ ਨਾਲ। ਤੇ ਉਹ ਜਦੋਂ ਨਿਸ਼ਾਨੀਆਂ ਮਿਲੀਆਂ ਤੇ ਫਿਰ ਉਹਨੂੰ ਕਹਿੰਦੇ ਨੇ ਕਿ ਉੱਥੇ ਦੱਬਿਆ ਰਹਿਣ ਦਿੱਤਾ ਕਿ ਇੱਥੇ ਗਾਗਰਾਂ ਦੱਬੀਆਂ ਹੋਈਆਂ ਨੇ ਤੇ ਉੱਪਰ ਹੁਣ ਗੁਰਦੁਆਰਾ ਸਾਹਿਬ ਸਥਾਪਿਤ ਹੈਗੇ ਨੇ ਤੇ ਸਮੇਂ ਅਨੁਸਾਰ ਗੁਰਦੁਆਰਿਆਂ ਸਾਹਿਬ ਦੀ ਸੁੰਦਰੀਕਰਨ ਤੇ ਹੋਰ ਜਿਹੜੀਆਂ ਇਮਾਰਤਾਂ ਨੇ ਉਹ ਬਣਦੀਆਂ ਰਹੀਆਂ ਨੇ। ਐਵੇਂ ਮਹਾਰਾਜ ਦਾ ਜਦੋਂ ਸਰੀਰ ਦਾ ਸੰਸਕਾਰ ਹੋ ਚੁੱਕਿਆ ਤੇ ਇੱਥੋਂ ਭਾਈ ਜੈਤਾ ਜੀ ਜਿਹੜੇ ਮਹਾਰਾਜ ਦਾ ਸੀਸ ਲੈ ਕੇ ਨਿਕਲੇ ਹੋਏ ਨੇ, ਉਹ ਪਹਿਲੇ ਜਿਹੜੇ ਜਾਂਦੇ ਨੇ ਨਾ, ਉਹ ਇੱਧਰ ਹਾਪੜ ਵੱਲ ਦੇ ਇਲਾਕੇ ਵੱਲ ਨਿਕਲ ਜਾਂਦੇ ਨੇ, ਜਿਹਨੂੰ ਅਸੀਂ ਬਾਗਪਤ ਤੱਕ ਕਹਿੰਦੇ ਹਾਂ। ਇੱਥੋਂ 38-40 ਕਿਲੋਮੀਟਰ ਦੂਰ ਇਸ ਸਾਈਡ ਨਿਕਲ ਜਾਂਦੇ ਨੇ। ਪਰ ਕਹਿੰਦੇ ਨੇ ਸ਼ਾਇਦ ਜੇ ਇਹ ਮੰਨੋ ਕਿ ਤਰਾਵੜੀ ਸਾਹਿਬ ਜਿਹੜੇ ਧੋਬੀ ਹੈਗੇ ਨੇ ਦੇਵਾ ਰਾਮ ਜੀ, ਉਹ ਪੁਕਾਰ ਵਿੱਚ ਬੈਠੇ ਨੇ। ਉਹਨਾਂ ਨੂੰ ਪੁਕਾਰ ਹੈਗੀ ਹੈ ਕਿ ਮਹਾਰਾਜ ਸੁਣਦੇ ਆ ਕਿ ਸ਼ਾਇਦ ਤੁਸੀਂ ਸ਼ਹੀਦੀਆਂ ਵੀ ਦੇਤੀਆਂ ਨੇ, ਤੁਸੀਂ ਜਦੋਂ ਗਏ ਇੱਥੋਂ ਦੀ ਤੇ ਮੈਨੂੰ ਬੜੀ ਉਮੀਦ ਸੀ ਮੇਰੇ ਘਰ ਆਓਗੇ। ਕਿ ਉਹਨਾਂ ਨੇ ਮਹਾਰਾਜ ਦੇ ਅੱਗੇ ਇਹ ਬੇਨਤੀ ਕੀਤੀ ਹੋਈ ਸੀ ਕਿ ਮੇਰੇ ਘਰ ਚਰਨ ਪਾਣੇ ਨੇ, ਤੇ ਬੜੇ ਪ੍ਰੇਮ ਨਾਲ ਪੁਕਾਰਾਂ ਕਰਦੇ ਸੀ ਤਰਾਵੜੀ ਦੇ ਇਲਾਕੇ ਵਿੱਚ ਰਹਿਣ ਵਾਲੇ ਧੋਬੀ। ਤੇ ਤੁਸੀਂ ਗਏ ਵੀ ਦੂਸਰੇ ਰਸਤੇ, ਹੁਣ ਸ਼ਹੀਦੀ ਵੀ ਹੋ ਗਈ, ਹੁਣ ਸਾਰੇ ਜਿਹੜੇ ਨੇ ਮੇਰੇ ਉੱਪਰ ਹੱਸਦੇ ਨੇ ਧੋਬੀ ਜਾਤ। ਉਹ ਕਹਿੰਦੇ ਨੇ ਤੇਰੇ ਗਰੀਬ ਦੇ ਘਰ ਕਿੱਥੋਂ ਆਉਣਾ ਸੀ ਗੁਰੂ ਨੇ, ਐਵੇਂ ਤੂੰ ਤਿਆਰੀਆਂ ਕਰੀ ਬੈਠਾ ਹੈ। ਉਹਨਾਂ ਨੇ ਇੱਕ ਸੁੰਦਰ ਵਸਤਰ ਬਣਾਇਆ ਹੋਇਆ ਸੀ ਗੁਰੂ ਸਾਹਿਬ ਵਾਸਤੇ, ਇੱਕ ਨਵੀਂ ਚੌਕੀ ਤਿਆਰ ਕੀਤੀ ਹੋਈ ਸੀ ਕਿ ਗੁਰੂ ਸਾਹਿਬ ਇੱਥੇ ਵਿਰਾਜਮਾਨ ਹੋਣਗੇ, ਇਹ ਚੱਦਰ ਦੀ ਵਿਛਾਈ ਕਰਾਂਗਾ। ਤੇ ਜਿਵੇਂ ਕਹਿੰਦੇ ਨੇ ਨਾ ਕਿ ਬਈ ਆਉਣ ਤੋਂ ਪਹਿਲੇ ਕਿ ਮੇਰੇ ਘਰ ਆਣਗੇ ਗੁਰੂ ਸਾਹਿਬ, ਜਦੋਂ ਅਸੀਂ ਸੁਣਦੇ ਹਾਂ ਕਿ ਸਾਡੇ ਘਰ ਪਿਰ ਨੇ ਆਉਣਾ ਹੋਵੇ ਤੇ ਕਿਵੇਂ ਤਿਆਰੀਆਂ ਕਰਦੇ ਹਾਂ, ਉਵੇਂ ਉਹ ਤਿਆਰੀਆਂ ਵਿੱਚ ਲੱਗੇ ਰਹਿੰਦੇ ਸੀ ਤੇ ਨਾਮ ਜਪਦੇ ਰਹਿੰਦੇ ਸੀ। ਜਦੋਂ ਐਵੇਂ ਦੀ ਅਵਸਥਾ ਤੇ ਉਹਨਾਂ ਦੇ ਸਾਥੀਆਂ ਨੇ ਹੱਸੀ ਉਡਾਈ ਕਿ ਹੁਣ ਤੇ ਸ਼ਹੀਦੀਆਂ ਵੀ ਹੋ ਗਏ ਨੇ, ਹੁਣ ਕਿੱਥੋਂ ਆਉਣਾ ਹੈ ਗੁਰੂ ਨੇ। ਉਸ ਰਾਤ ਉਹਨਾਂ ਨੇ ਬਹੁਤ ਵੈਰਾਗ ਕੀਤਾ ਤੇ ਜਿਵੇਂ ਭਾਈ ਜੈਤਾ ਜੀ ਨੂੰ ਖਿੱਚ ਪੈ ਗਈ ਹੋਏ, ਜਾਂ ਉਹ ਦੂਸਰੇ ਰਸਤੇ ਤੋਂ ਰਹੇ ਸੀ, ਪਰ ਉਹ 38-40 ਕਿਲੋਮੀਟਰ ਦਾ ਸਫ਼ਰ ਅੱਗੇ ਜਾਣ ਤੋਂ ਬਾਅਦ ਉਹਨਾਂ ਨੇ ਫਿਰ ਵਾਪਸ ਲਿੱਤਾ। ਸਮਝੋ ਕਿ 80 ਕਿਲੋਮੀਟਰ ਸਫ਼ਰ ਉਹਨਾਂ ਨੂੰ ਕਰਨਾ ਪਿਆ ਜ਼ਿਆਦਾ, 40 ਜਾਣ ਤੇ 40 ਵਾਪਸ ਆਉਣ ਵਾਸਤੇ। ਉਹ ਫਿਰ ਵਾਪਸ ਇਹ ਸੋਨੀਪਤ ਦੇ ਇਲਾਕੇ 'ਤੇ ਆਏ
ਤੇ ਇੱਕ ਰਾਤ ਇੱਥੇ ਲੱਗ ਗਈ ਉਹਨਾਂ ਨੂੰ। ਪਹਿਲੇ ਗਏ ਸੀ ਜਿਹੜੀ ਲੈ ਕੇ ਸੀਸ, ਤੇ ਰਾਤ ਅਗਲੇ ਦਿਨ ਜਦੋਂ ਫਿਰ ਇੱਥੋਂ ਚੱਲ ਰਹੇ ਨੇ ਤੇ ਸਭ ਤੋਂ ਪਹਿਲੇ ਉਹ ਕਿੱਥੇ ਪਹੁੰਚੇ ਨੇ, ਜਿਹੜਾ ਸੀ ਸੋਨੀਪਤ ਪਿਛਲੀ ਵਾਰ ਗਏ ਸੀ ਸੰਗਤ ਨਾਲ, ਬੜ ਖਾਲਸਾ ਵਾਲੇ ਸਥਾਨ ਤੇ, ਇੱਥੇ ਬਾਰਡਰ ਤੇ ਪਹੁੰਚੇ ਨੇ। ਇੱਥੇ ਜੋ ਸੰਗਤ ਰਹਿੰਦੀ ਸੀ ਉਹ ਸੰਗਤ ਪਹਿਲੇ ਗੁਰੂ ਸਾਹਿਬ ਦੀ ਸੰਗਤ ਕਰ ਚੁੱਕੀ ਸੀ। ਸੰਗਤ ਕਿੱਥੇ ਕੀਤੀ ਸੀ? ਲੱਖਣ ਮਾਜਰਾ ਰੋਹਤਕ। ਜਦੋਂ ਮਹਾਰਾਜ ਜਾ ਰਹੇ ਸੀ ਤੇ ਲੱਖਣ ਮਾਜਰਾ ਜਾਂ ਲੱਖਣ ਮਾਜਰਾ ਜਿਹਨੂੰ ਕਰਕੇ ਜਾਣਦੇ, ਉੱਥੇ ਮਹਾਰਾਜ ਦਾ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੈ। ਪੂਰਨਮਾਸ਼ੀ ਦੇ ਪੂਰਨਮਾਸ਼ੀ ਉੱਥੇ ਦੀਵਾਨ ਸਜਦੇ ਨੇ, ਉੱਥੇ ਸੰਗਤ ਕੀਤੀ ਹੋਈ ਸੀ ਕੁਝ ਲੋਕਾਂ ਨੇ, ਤੇ ਉਹ ਮਹਾਰਾਜ ਦੀ ਸਿੱਖੀ ਲਈ ਹੋਈ ਸੀ। ਜਦੋਂ ਮਹਾਰਾਜ ਦਿੱਲੀ ਵੱਲ ਆਗਰੇ ਤੋਂ ਹੋ ਕੇ ਗਏ ਨੇ ਨਾ, ਦਿੱਲੀ ਇੱਥੇ ਆਏ ਨੇ, ਤਾਂ ਜਦੋਂ ਉਹਨਾਂ ਨੇ ਉੱਥੋਂ ਦੀ ਸਿੱਖੀ ਲਈ ਹੋਈ ਸੀ, ਉਸ ਇਲਾਕੇ ਵਿੱਚ ਉਹ ਪਹੁੰਚਦੇ ਨੇ ਤੇ ਉੱਥੇ ਸੈਨਾ ਦਾ ਘੇਰਾ ਜ਼ਿਆਦਾ ਪੈ ਜਾਂਦਾ ਹੈ। ਕਿਉਂ ਪੈ ਜਾਂਦਾ ਹੈ? ਕਿ ਸੈਨਾ ਤੇ ਮੁਗਲ ਸ਼ਾਸਕ ਭਾਲ ਵਿੱਚ ਨੇ, ਪਰ ਹੁਣ ਸਮਾਂ ਜਿਹੜਾ ਹੈ ਪਿੱਛੇ ਬਰਬਾਦ ਹੋ ਗਿਆ, ਨਹੀਂ ਤੇ ਅੱਗੇ ਬਹੁਤ ਨਿਕਲ ਜਾਣਾ ਚਾਹੀਦਾ ਸੀ। 80 ਕਿਲੋਮੀਟਰ ਦਾ ਸਫ਼ਰ ਅਲੱਗ ਤੋਂ ਕਰਨਾ ਪਿਆ ਉੱਥੇ ਬਾਗਪਤ ਦਾ, ਉਸ ਵਜ੍ਹਾ ਨਾਲ ਸਮਾਂ ਇੱਥੇ ਬਰਬਾਦ ਹੋ ਗਿਆ। ਤੇ ਇਹ ਸੋਨੀਪਤ ਦੇ ਇਲਾਕੇ ਤੇ ਹੀ ਉਹਨਾਂ ਨੂੰ ਘੇਰਾ ਪੈ ਗਿਆ। ਜਦੋਂ ਘੇਰਾ ਪੈ ਗਿਆ ਤੇ ਇਹ ਬੜ ਖਾਲਸਾ ਜਿੱਥੇ ਹੈਗਾ, ਇੱਥੇ ਇੱਕ ਪਿੰਡ ਹੈ, ਉੱਥੇ ਦੇ ਵਸਨੀਕਾਂ ਨੇ ਭਾਈ ਜੈਤਾ ਜੀ ਦਾ ਸਾਥ ਦਿੱਤਾ। ਕਹਿੰਦੇ ਭਾਈ ਜੈਤਾ ਜੀ ਦਾ ਸਾਥ ਕਿਵੇਂ ਦਿੱਤਾ? ਕਹਿੰਦੇ ਇੱਕ ਜਿਹੜਾ ਸਿੱਖ ਹੈ ਨਾ, ਜਿਹਦਾ ਗੁਰੂ ਨਾਲ ਬਹੁਤ ਪਿਆਰ ਸੀ, ਉਹ ਐਨੀ ਤਿਆਗ ਦੀ ਮੂਰਤੀ ਬਣ ਗਿਆ, ਕਿਉਂਕਿ ਉਹਨੇ ਲੱਖਣ ਮਾਜਰਾ ਗੁਰੂ ਪਾਸੋਂ ਸਿੱਖੀ ਲਈ ਸੀ ਤੇ ਪ੍ਰੇਮ ਬਹੁਤ ਸੀ। ਉਸ ਸਮੇਂ ਮਹਾਰਾਜ ਕੋਲੋਂ ਕੋਈ ਸੇਵਾ ਮੰਗੀ ਸੀ ਤੇ ਮਹਾਰਾਜ ਨੇ ਕਿਹਾ ਸੀ ਸਮੇਂ ਆਉਣ ਤੇ ਤੇਰੇ ਕੋਲੋਂ ਸੇਵਾ ਲਵਾਂਗੇ। ਸੇਵਾ ਇਹਨੇ ਕਹਿ ਕੇ ਮੰਗੀ, ਮਹਾਰਾਜ ਕੋਈ ਸੇਵਾ ਦਿਓ। ਉਸ ਸਮੇਂ ਮਹਾਰਾਜ ਨੇ ਕੋਈ ਸੇਵਾ ਇਹਨੂੰ ਦੱਸੀ ਨਹੀਂ, ਤੇ ਇਹਨੇ ਇੰਝ ਜਾਣਿਆ ਕਿ ਜਿਵੇਂ ਅੱਜ ਹੀ ਉਹ ਸੇਵਾ ਕਰਨ ਦਾ ਸਮਾਂ ਹੈ, ਕਿਉਂਕਿ ਮਹਾਰਾਜ ਨੇ ਕਿਹਾ ਸੀ ਸਮੇਂ ਆਉਣ ਤੇ ਸੇਵਾ ਲਵਾਂਗੇ। ਤੇ ਕਹਿੰਦੇ ਉਸ ਸਿੱਖ ਨੇ, ਕਿਉਂਕਿ ਉਹਦੀ ਸ਼ਕਲ ਦਾ ਮੁਹਾਂਦਰਾ ਕੁਛ ਗੁਰੂ ਸਾਹਿਬ ਨਾਲ ਮਿਲਦਾ ਸੀ, ਆਪਣਾ ਸੀਸ ਉਤਾਰ ਕੇ ਇੱਥੇ ਉੱਥੇ ਵਸਨੀਕਾਂ ਨੂੰ ਦੇਤਾ ਕਿ ਜਿਹੜਾ ਪੁੱਛੇ ਉਨ ਸੈਨਿਕਾਂ ਨੂੰ ਗੁੰਮਰਾਹ ਕਰ ਦਿਓ ਕਿ ਗੁਰੂ ਸਾਹਿਬ ਦਾ ਸੀਸ ਤੇ ਇਹ ਰਿਹਾ ਸਾਡੇ ਪਾਸ ਹੈਗਾ। ਤੇ ਭਾਈ ਜੈਤਾ ਜੀ ਸੀਸ ਲੈ ਕੇ ਇੰਨੇ ਨੂੰ ਅੱਗੇ ਨਿਕਲ ਜਾਣਗੇ, ਸੈਨਾ ਹੋਰ ਪਿੱਛੇ ਨਹੀਂ ਜਾਏਗੀ। ਤੇ ਉਹਨਾਂ ਨੇ ਜਿਹੜੇ ਆਪਣੀ ਭਾਸ਼ਾ ਵਿੱਚ ਕਿਹਾ ਕਿ ਬੜ ਖਾਲਸਾ ਵੀ ਤੂੰ ਅੱਗੇ ਵੱਧ, ਹਰਿਆਣਵੀ ਭਾਸ਼ਾ 'ਚ ਅੱਗੇ ਵਧਣ ਨੂੰ ਬੜ ਕਿਹਾ, ਬੜ ਖਾਲਸਾ, ਤੇ ਸਥਾਨ ਦਾ ਨਾਮ ਬੜ ਖਾਲਸਾ ਪਿਆ। ਤੇ ਉਸ ਸਥਾਨ ਤੋਂ ਉਹ ਭਾਈ ਜੈਤਾ ਜੀ ਅੱਗੇ ਚਲੇ ਗਏ। ਇੱਥੇ ਰਾਤ ਨਹੀਂ ਰੁਕੇ, ਰਾਤ ਪਿੱਛੇ ਹੀ ਨਿਕਲ ਗਈ ਸੀ। ਤੇ ਇੱਥੋਂ ਦੀ ਉਹ ਸੀਸ ਇੱਥੇ ਉਸ ਸਿੱਖ ਨੇ ਰੱਖਿਆ, ਜਿਸ ਦੇ ਤਿਆਗ ਦੇ ਕਾਰਨ ਇਸ ਸਥਾਨ ਦਾ ਨਾਮ ਬੜ ਖਾਲਸਾ ਪਿਆ। ਤੇ ਭਾਈ ਜੈਤਾ ਜੀ ਸੀਸ ਲੈ ਕੇ ਅੱਗੇ ਨੂੰ ਤੁਰੇ। ਮਹਾਨ ਸਿੱਖਾਂ ਦੇ ਇਤਿਹਾਸ ਕਈ ਵਾਰੀ ਅਸੀਂ ਕਹਿ ਸੁਣ ਨਹੀਂ ਪਾਉਂਦੇ, ਉਹ ਰਹਿ ਜਾਂਦੇ ਨੇ। ਇਹਨਾਂ ਸਿੱਖਾਂ ਨੂੰ ਕੋਟਨ ਕੋਟ ਪ੍ਰਣਾਮ ਕਰਨਾ ਚਾਹੀਦਾ ਹੈ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਇੱਕ ਵਾਰੀ ਅਗਰ ਸੁਰਤ ਜੋੜ ਕੇ ਧਿਆਨ ਨਾਲ ਸੋਚੋ ਤੇ ਤਿਆਗ ਕੋਈ ਕਰਨਾ ਛੋਟੀ ਗੱਲ ਨਹੀਂ ਹੈ। ਇੱਕਦਮ ਆਪਣਾ ਸੀਸ ਉਤਾਰ ਕੇ ਗੁਰੂ ਦੇ ਸੀਸ ਦੇ ਬਦਲੇ ਉੱਥੇ ਰੱਖ ਦੇਣਾ, ਇਹ ਕੋਈ ਛੋਟੀ ਗੱਲ ਹੈ? ਕਿ ਸਿਰਫ ਕੁਝ ਦਿਨਾਂ ਦੀ ਸਿੱਖੀ ਹੋਏ, ਜਦੋਂ ਮਹਾਰਾਜ ਉੱਥੋਂ ਦੀ ਆਏ ਨੇ ਆਗਰੇ ਜਾਣ ਵਾਸਤੇ ਤੇ ਲੱਖਣ ਮਾਜਰਾ ਰੁਕੇ ਨੇ, ਜਦੋਂ ਇਵੇਂ ਉਹਨਾਂ ਨੇ ਸੀਸ ਉਤਾਰ ਕੇ ਰੱਖ ਦਿੱਤਾ, ਮਹਾਰਾਜ ਫਿਰ ਤਰਾਵੜੀ ਵੱਲ ਭਾਈ ਜੈਤਾ ਜੀ ਸੀਸ ਲੈ ਕੇ ਅੱਗੇ ਵਧਦੇ ਨੇ, ਜਿੱਥੇ ਪੁਕਾਰ ਚੱਲ ਰਹੀ ਹੈ ਧੋਬੀ ਦੀ, ਦੇਵਾ ਰਾਮ ਜੀ ਦੀ। ਉੱਥੇ ਪਹੁੰਚਦੇ ਭਾਈ ਜੈਤਾ ਜੀ ਨੂੰ ਰਾਤ ਪੈ ਜਾਂਦੀ ਹੈ। ਇਹ ਦੂਸਰੀ ਰਾਤ ਹੈ। ਜਦੋਂ ਇਹ ਦੂਸਰੀ ਰਾਤ ਪੈ ਜਾਂਦੀ ਹੈ ਤੇ ਇੱਥੇ ਜਿਹੜੀ ਪਿੱਛੇ ਨਦੀ ਵਹਿੰਦੀ ਹੈ, ਉੱਥੇ ਧੋਬੀਆਂ ਦਾ ਇਲਾਕਾ ਹੈ। ਇੱਥੇ ਬੜਾ ਵੱਡਾ ਕਿਲ੍ਹਾ ਸੀ ਜਿੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੈਗਾ। ਉੱਥੇ ਫਿਰ ਇਹਨਾਂ ਧੋਬੀਆਂ ਦੇ ਇਲਾਕੇ ਵਿੱਚ ਜਾ ਕੇ ਜਦੋਂ ਛੁਪਦੇ ਨੇ ਨਦੀ ਦੇ ਕਿਨਾਰੇ, ਤੇ ਪੁਕਾਰ ਸੁਣਦੇ ਨੇ ਭਾਈ ਦੇਵਾ ਰਾਮ ਜੀ ਦੀ ਕਿ ਉਹ ਪੁਕਾਰ ਕਰ ਰਹੇ ਨੇ। ਤੇ ਕਿਸੇ ਨੇ ਖਬਰ ਵੀ ਦਿੱਤੀ, ਇੱਥੇ ਕੋਈ ਜਿਵੇਂ ਭਾਈ ਜੈਤਾ ਜੀ ਪੁੱਛਦੇ ਸੀ ਨਾ ਜਾ ਕੇ ਇਲਾਕੇ ਵਿੱਚ, ਜਿਸ ਇਲਾਕੇ ਵਿੱਚ ਵੀ ਜਾਂਦੇ ਸੀ, ਵੀ ਇੱਥੇ ਕੋਈ ਗੁਰੂ ਦਾ ਸਿੱਖ ਰਹਿੰਦਾ ਹੈ, ਕੋਈ ਇੱਥੇ ਰਹਿੰਦਾ ਗੁਰੂ ਦਾ ਨਾਮ ਲੇਵਾ। ਤੇ ਉਹਨਾਂ ਨੇ ਕਿਹਾ ਵੀ ਇੱਥੇ ਪਿੱਛੇ ਇੱਕ ਧੋਬੀ ਰਹਿੰਦਾ ਜਿਹੜਾ ਗੁਰੂ ਨੂੰ ਪੁਕਾਰਦਾ ਰਹਿੰਦਾ, ਪਰ ਗੁਰੂ ਉਹਦੇ ਘਰ ਨਹੀਂ ਆਇਆ ਕਦੀ। ਕਹਿੰਦੇ ਜਦੋਂ ਐਵੇਂ ਜਾਣਿਆ ਨਾ ਵੀ ਗੁਰੂ ਉਹਦੇ ਘਰ ਨਹੀਂ ਆਇਆ ਕਦੀ, ਗੁਰੂ ਨੂੰ ਪੁਕਾਰਦਾ ਰਹਿੰਦਾ ਹੈ, ਤੇ ਜਾ ਕੇ ਸੁਣਿਆ ਤੇ ਉਹ ਰੋ ਕੇ ਪੁਕਾਰਾਂ ਕਰ ਰਹੇ ਸੀ ਦੇਵਾ ਰਾਮ ਜੀ ਕਿ ਮੇਰੇ ਘਰ ਨਹੀਂ ਆਏ ਨਾ, ਮੈਨੂੰ ਗਰੀਬ ਜਾਣ ਕੇ, ਮੈਨੂੰ ਧੋਬੀ ਜਾਣ ਕੇ ਵਿਸਾਰ ਦਿੱਤਾ, ਵੀ ਤੁਸੀਂ ਵੀ ਇੰਝ ਕਰਦੇ ਹੋ, ਵੀ ਤੁਸੀਂ ਵੀ ਵਿਤਕਰਾ ਕਰਦੇ ਹੋ। ਸੁਣਿਆ ਤੁਹਾਡੇ ਘਰ ਤੇ ਕੋਈ ਵਿਤਕਰਾ ਹੁੰਦਾ ਹੀ ਨਹੀਂ। ਜਦੋਂ ਐਵੇਂ ਦੀ ਪੁਕਾਰਾਂ ਸੁਣੀਆਂ ਤੇ ਜਾ ਕੇ ਭਾਈ ਜੈਤਾ ਜੀ ਨੇ ਉਹਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਨੂੰ ਤੇਰੇ ਘਰ ਆਸਰਾ ਮਿਲੇਗਾ। ਉਸ ਸਮੇਂ ਇੱਕਦਮ ਉਹਨੂੰ ਨਹੀਂ ਦੱਸਿਆ ਕਿ ਮੇਰੇ ਪਾਸ ਕੀ ਹੈ, ਕਹਿੰਦੇ ਮੈਂ ਗੁਰੂ ਦਾ ਸਿੱਖ ਹਾਂ, ਮੈਨੂੰ ਤੇਰੇ ਘਰ ਆਸਰਾ ਮਿਲੇਗਾ। ਉਹ ਬੜੇ ਆਦਰ ਨਾਲ ਲੈ ਗਿਆ ਵੀ ਗੁਰੂ ਨਹੀਂ ਤੇ ਗੁਰੂ ਦਾ ਸਿੱਖ ਹੀ ਸਹੀ। ਉਹ ਜਦੋਂ ਗੁਰੂ ਦੇ ਸਿੱਖ ਨੂੰ ਆਪਣੇ ਘਰ ਭਾਈ ਜੈਤਾ ਜੀ ਨੂੰ ਲੈ ਕੇ ਜਾਂਦੇ ਨੇ ਤੇ ਭਾਈ ਜੈਤਾ ਜੀ ਜਾ ਕੇ ਬੈਠਦੇ ਨੇ, ਤੇ ਫਿਰ ਉਹ ਸ਼ਹੀਦੀ ਸਾਕਾ ਸਰਵਣ ਕਰਦਾ ਤੇ ਦੱਸਦਾ ਹੈ ਕਿ ਮੈਂ ਪੁਕਾਰ ਕਰ ਰਿਹਾ ਵਾਂ ਤੇ ਗੁਰੂ ਨਾਲ ਉੱਥੇ ਕੀ ਵਾਪਰਿਆ। ਸਿੱਖਾ ਜੇ ਤੂੰ ਦਿੱਲੀ ਤੋਂ ਆਇਆ
ਤੇ ਮੈਨੂੰ ਤੇ ਦਰਸ਼ਨ ਨਹੀਂ ਹੋਏ। ਜਦੋਂ ਐਵੇਂ ਸਾਕਾ ਸੁਣਦੇ ਨੇ ਤੇ ਫਿਰ ਕਹਿੰਦੇ ਨੇ ਭਾਈ ਜੈਤਾ ਜੀ ਜਦੋਂ ਕੱਪੜਾ ਹਟਾ ਕੇ ਉਹ ਸੀਸ ਦੇ ਦਰਸ਼ਨ ਕਰਾਉਂਦੇ ਨੇ ਨਾ ਤੇ ਦੇਵਾ ਰਾਮ ਜੀ ਦੀ ਪੁੱਬਾਂ ਨਿਕਲ ਜਾਂਦੀਆਂ ਨੇ। ਭਾਈ ਜੈਤਾ ਜੀ ਨੇ ਨਿੰਮ ਦੇ ਪੱਤਿਆਂ ਨਾਲ ਥੱਲੇ ਵੀ ਵਿਛਾਈ ਕੀਤੀ ਹੋਈ ਸੀ ਤੇ ਨਿੰਮ ਦੇ ਪੱਤਿਆਂ ਨਾਲ ਉੱਪਰ ਵੀ ਵਿਛਾਈ ਕੀਤੀ ਹੋਈ ਸੀ, ਕਿਉਂਕਿ ਨਿੰਮ ਨੂੰ ਅਸੀਂ ਐਂਟੀਬਾਇਓਟਿਕ ਮੰਨਦੇ ਹਾਂ ਵੀ ਕੋਈ ਕੀਟ ਪਤੰਗਾ ਜਿਹੜਾ ਸੀਸ 'ਤੇ ਅਸਰ ਨਾ ਕਰੇ। ਇੰਨੀ ਉਹਨਾਂ ਨੂੰ ਸੂਝ ਹੈਗੀ ਸੀ ਕਿ ਉਹ ਪੱਤੀਆਂ ਜਿਹੜੀਆਂ ਜੜੀ ਬੂਟੀਆਂ ਨਾਲ ਵਾਸਤੇ ਕੰਮ ਆਉਂਦੀਆਂ ਨੇ ਉਹਨਾਂ ਦੀ ਟੋਕਰੇ ਵਿੱਚ ਵਿਛਾਈ ਕੀਤੀ ਹੋਈ ਸੀ ਚੱਦਰ ਨਾਲ, ਤਾਂ ਕਿ ਮਹਾਰਾਜ ਦਾ ਸੀਸ ਸਹੀ ਸਲਾਮਤ ਅਨੰਦਪੁਰ ਸਾਹਿਬ ਤੱਕ ਪਹੁੰਚਾਇਆ ਜਾ ਸਕੇ। ਜਦੋਂ ਐਵੇਂ ਸੀਸ ਦੇ ਦਰਸ਼ਨ ਕਰਦੇ ਨੇ ਤੇ ਬੜਾ ਵੈਰਾਗ ਕਰਦੇ ਨੇ, ਕਿ ਮਹਾਰਾਜ ਮੈਂ ਤੇ ਐਵੇਂ ਹੀ ਤੁਹਾਨੂੰ ਲਾਮੇ ਦਿੰਦਾ ਰਿਹਾ ਕਿ ਤੁਸੀਂ ਮੈਨੂੰ ਵਿਸਾਰਤਾ, ਤੁਸੀਂ ਤੇ ਇਸ ਰੂਪ ਵਿੱਚ ਵੀ ਆਪਣੇ ਬਿਰਧ ਦੀ ਪਾਲਣਾ ਕਰਨ ਲਈ ਮੇਰੇ ਘਰ ਤੱਕ ਆਏ ਹੋ। ਫਿਰ ਬਾਹਰ ਜਾ ਕੇ ਦੇਖ ਕੇ ਆਉਂਦੇ ਨੇ ਵੀ ਕਿਸੇ ਨੂੰ ਖਬਰ ਨਾ ਮਿਲੇ। ਫਿਰ ਆਪਣੇ ਪਰਿਵਾਰ ਨੂੰ ਜਗਾਉਂਦੇ ਨੇ, ਉਹ ਚੌਕੀ ਜਿਹੜੀ ਤਿਆਰ ਕੀਤੀ ਹੋਈ ਸੀ ਉਹਦੇ ਉੱਪਰ ਉਹ ਚੱਦਰ ਵਿਛਾਉਂਦੇ ਨੇ। ਫਿਰ ਉਹ ਟੋਕਰਾ ਮਹਾਰਾਜ ਦਾ ਜਿਹੜਾ ਸੀਸ ਜਿਹੜਾ ਉਹਨੂੰ ਉੱਥੇ ਵਿਰਾਜਮਾਨ ਕਰਾ ਕੇ ਤੇ ਕਹਿੰਦੇ ਨੇ ਇੱਕ ਸੋਟੀ ਉੱਪਰ ਕੱਪੜਾ ਬੰਨ੍ਹ ਕੇ ਪੂਰੀ ਰਾਤ ਭਾਈ ਦੇਵਾ ਰਾਮ ਜੀ ਕਹਿੰਦੇ ਨੇ ਚੋਰ ਸਾਹਿਬ ਮੈਂ ਕਰਨੀ ਸੇਵਾ, ਮੈਂ ਨਾਮ ਜਪਣਾ ਪਾਸ ਬੈਠ ਕੇ, ਭਾਈ ਜੈਤਾ ਜੀ ਤੁਸੀਂ ਆਰਾਮ ਕਰੋ ਕਿਉਂਕਿ ਤੁਸੀਂ ਭਲਕੇ ਉੱਠ ਕੇ ਫਿਰ ਚੱਲਣਾ ਹੈ ਆਪਣੀ ਯਾਤਰਾ 'ਤੇ। ਤੇ ਭਾਈ ਜੈਤਾ ਜੀ ਨੂੰ ਆਰਾਮ ਕਰਨ ਲਈ ਕਹਿ ਕੇ ਆਪ ਪੂਰੀ ਰਾਤ ਉਸ ਪਰਿਵਾਰ ਨੇ ਚੋਰ ਸਾਹਿਬ ਦੀ ਸੇਵਾ ਕੀਤੀ, ਪੂਰੀ ਰਾਤ ਗੁਰਬਾਣੀ ਦਾ ਗਾਇਨ ਕੀਤਾ ਤੇ ਅੰਦਰ ਬਾਹਰ ਹੋ ਕੇ ਬਾਰ-ਬਾਰ ਪਹਿਰੇ 'ਤੇ ਵੀ ਰਹੇ ਕਿ ਕੋਈ ਔਕੜ ਨਾ ਆਣ ਪੜੇ। ਤੇ ਅੰਮ੍ਰਿਤ ਵੇਲਾ ਹੋਣ ਦੇ ਸਾਰ ਨੇਰੇ ਹੀ ਭਾਈ ਜੈਤਾ ਜੀ ਨੂੰ ਅੱਗੇ ਤੱਕ ਛੱਡ ਦਿੱਤਾ ਤੇ ਭਾਈ ਜੈਤਾ ਜੀ ਇੱਥੋਂ ਦੀ ਫਿਰ ਅੰਬਾਲਾ ਆ ਜਾਂਦੇ ਨੇ। ਅੰਬਾਲਾ ਵੀ ਮਹਾਰਾਜ ਦਾ ਐਵੇਂ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਸਥਾਪਿਤ ਹੈ। ਸਮੇਂ ਦੀ ਘਾਟ ਹੈਗੀ ਆ ਅੰਬਾਲੇ, ਉੱਥੇ ਜਿਹੜੇ ਸਿੱਖ ਹੈਗੇ ਸੀ ਉਹਨਾਂ ਨੇ ਇੱਕ ਮੁਸਲਿਮ ਵੀ ਰਹਿੰਦਾ ਸੀ ਜਿਹਨੇ ਮਹਾਰਾਜ ਦਾ ਆਦਰ ਕੀਤਾ, ਉਹਨਾਂ ਨੇ ਨਾਰੀਅਲ ਭੇਟ ਕੀਤਾ। ਇੱਥੇ 2 ਸਥਾਨਾਂ 'ਤੇ ਮਹਾਰਾਜ ਦਾ ਸੀਸ ਵਿਰਾਜਮਾਨ ਕਰਾਇਆ ਥੋੜ੍ਹੀ ਦੇਰ ਲਈ। ਇੱਕ ਜਗ੍ਹਾ ਜਦੋਂ ਥੋੜ੍ਹੀ ਦੇਰ ਲਈ ਕਰਾਇਆ ਉੱਥੇ ਸਤਸੰਗਤ ਸਾਹਿਬ ਗੁਰਦੁਆਰਾ ਸਾਹਿਬ ਸਥਾਪਿਤ ਹੈ, ਉੱਥੇ 10ਵੇਂ ਪਾਤਸ਼ਾਹ ਵੀ ਆਏ ਤੇ 9ਵੇਂ ਪਾਤਸ਼ਾਹ ਦਾ ਵੀ ਸੀਸ ਥੋੜ੍ਹੀ ਦੇਰ ਲਈ ਭਾਈ ਜੈਤਾ ਜੀ ਨੇ ਟੋਕਰਾ ਜੰਡ ਦੇ ਵ੍ਰਿਕਸ਼ ਦੇ ਥੱਲੇ ਰੱਖਿਆ ਸੀ। ਉੱਥੇ ਸਤਸੰਗਤ ਸਾਹਿਬ ਸਥਾਪਿਤ ਹੈ, ਜਿੱਥੇ ਫਿਰ ਰਾਤ ਰੁਕ ਕੇ ਥੋੜ੍ਹੀ ਦੂਰੀ 'ਤੇ ਮਸੀਤ ਕੋਲ ਉੱਥੇ ਸੀਸਗੰਜ ਸਾਹਿਬ ਗੁਰਦੁਆਰਾ ਸਥਾਪਿਤ ਹੈ ਤੇ ਮਸੀਤ ਵੀ ਅੱਜ ਵੀ ਹੈਗੀ ਉੱਥੇ ਮਹਾਰਾਜ ਦਾ ਸੀਸ ਪੂਰੀ ਰਾਤ ਰਿਹਾ। ਫਿਰ ਉਸ ਤੋਂ ਬਾਅਦ ਅੱਗੇ ਨਾਭਾ ਸਾਹਿਬ ਆਉਂਦੇ ਨੇ। ਨਾਭਾ ਸਾਹਿਬ ਇੱਕ ਮੁਸਲਿਮ ਦਰਵੇਸ਼ ਰਹਿੰਦਾ ਸੀ ਜਿਹਨੇ ਮਹਾਰਾਜ ਦੀ ਇਹ ਸੇਵਾ ਕੀਤੀ ਤੇ 10ਵੇਂ ਪਾਤਸ਼ਾਹ ਆਪ ਉਹਦੇ ਅੰਤਿਮ ਸਮੇਂ 'ਤੇ ਇੱਥੇ ਪਹੁੰਚੇ ਸੀ। ਉਹ ਬਹੁਤ ਬਜ਼ੁਰਗ ਹੋ ਚੁੱਕਿਆ ਸੀ ਤੇ 10ਵੇਂ ਪਾਤਸ਼ਾਹ ਦੇ ਉਸ ਯੁਵਾ ਰੂਪ ਦੇ ਦਰਸ਼ਨ ਕਰਕੇ ਬੜਾ ਗਦਗਦ ਹੋਇਆ ਸੀ। ਇੱਥੇ ਵੀ ਪਾਤਸ਼ਾਹੀ 9ਵੀਂ ਤੇ 10ਵੀਂ ਨਾਭਾ ਸਾਹਿਬ ਗੁਰਦੁਆਰਾ ਸਾਹਿਬ ਸਥਾਪਿਤ ਹੈ। ਇੱਥੋਂ ਦੀ ਚੱਲ ਕੇ ਫਿਰ ਉਹ ਜਿਹੜੇ ਨੇ ਕੀਰਤਪੁਰ ਸਾਹਿਬ ਪਹੁੰਚਦੇ ਨੇ ਭਾਈ ਜੈਤਾ ਜੀ। ਭਾਈ ਜੈਤਾ ਜੀ ਜਿਹੜੇ ਨੇ ਤੀਸਰੀ ਰਾਤ ਜਿਹੜੇ ਨੇ ਉਹ ਸੀਸਗੰਜ ਸਾਹਿਬ, ਅੰਬਾਲੇ ਤੇ ਹਰ ਇੱਕ ਜਗ੍ਹਾ ਤੱਕ ਗੁਰਦੁਆਰਾ ਸਾਹਿਬ ਦਾ ਨਾਮ ਸੀਸਗੰਜ ਸਾਹਿਬ ਹੈ। ਫਿਰ ਨਾਭਾ ਸਾਹਿਬ ਜਿਹੜੇ ਉਹ ਚੌਥੀ ਰਾਤ ਤੇ ਅਗਲੇ ਦਿਨ ਜਿਹੜਾ 4 ਰਾਤਾਂ ਗੁਜ਼ਾਰ ਕੇ ਫਿਰ ਕੀਰਤਪੁਰ ਸਾਹਿਬ ਪਹੁੰਚਦੇ ਨੇ। ਇੱਥੋਂ ਦੀ ਅੱਗੇ ਜਾਣ ਦਾ ਉਹਨਾਂ ਦਾ ਹੌਸਲਾ ਨਹੀਂ ਹੁੰਦਾ। ਜਿੱਥੇ ਸੀਸ ਦਾ ਜਿਹੜਾ ਹੈ ਉਹਨੂੰ ਵਿਰਾਜਮਾਨ ਕਰਵਾਉਂਦੇ ਨੇ, ਇੱਥੇ ਫਿਰ ਗੁਰੂ ਸਾਹਿਬ ਆਪ ਆਪਣੇ ਮਾਤਾਵਾਂ ਨਾਲ, ਮਾਤਾ ਨਾਨਕੀ ਜੀ ਨਾਲ ਤੇ ਮਾਤਾ ਗੁਜਰ ਕੌਰ ਜੀ ਨਾਲ ਜਦੋਂ ਸੀਸ ਨੂੰ ਅੱਗੇ ਲੈਣ ਆਉਂਦੇ, ਜਦੋਂ ਖਬਰ ਮਿਲਦੀ ਹੈ ਤੇ ਇੱਕ ਵਿਮਾਨ ਨੂੰ ਨਾਲ ਲੈ ਕੇ ਆਉਂਦੇ ਨੇ ਪਾਲਕੀ ਨੂੰ। ਤੇ ਇਸ ਸਥਾਨ ਦਾ ਨਾਮ ਹੈ ਵਿਮਾਨਗੜ੍ਹ ਸਾਹਿਬ, ਕੀਰਤਪੁਰ ਸਾਹਿਬ। ਵਿਮਾਨਗੜ੍ਹ ਸਾਹਿਬ ਮਹਾਰਾਜ ਇੱਥੇ ਸੀਸ ਜਿਹੜਾ ਭਾਈ ਜੈਤਾ ਜੀ ਆ ਕੇ ਵਿਰਾਜਮਾਨ ਕਰਾਉਂਦੇ ਨੇ ਤੇ ਸਾਰੀਆਂ ਸਿੱਖ ਸੰਗਤਾਂ, ਸਾਰੇ ਮਸੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨਾਲ ਜਦੋਂ 10ਵੇਂ ਪਾਤਸ਼ਾਹ ਨਾਲ ਆਉਂਦੇ ਨੇ ਤੇ ਆ ਕੇ ਸੀਸ ਦੇ ਦਰਸ਼ਨ ਕਰਦੇ ਨੇ ਇੱਥੇ ਵਿਮਾਨਗੜ੍ਹ ਸਾਹਿਬ। ਤੇ ਇੱਥੇ ਜਦੋਂ ਛੋਟੀ ਜੀ ਪਾਲਕੀ ਲੈ ਕੇ ਆਉਂਦੇ ਨੇ ਉਸ ਵਿੱਚ ਫਿਰ ਗੁਰੂ ਸਾਹਿਬ ਦਾ ਸੀਸ ਹੈ ਜਿਹੜਾ ਉਹ ਵਿਰਾਜ ਕਰਵਾਉਂਦੇ ਨੇ। ਇੱਥੇ ਮਾਤਾ ਨਾਨਕੀ ਜੀ ਪਹਿਲੇ, ਸਭ ਤੋਂ ਪਹਿਲੇ ਕਹਿੰਦੇ ਨੇ 10ਵੇਂ ਪਾਤਸ਼ਾਹ ਨੇ ਸੀਸ ਦੇ ਦਰਸ਼ਨ ਕੀਤੇ ਨੇ। ਮਹਾਰਾਜ ਨੇ ਮੱਥਾ ਟੇਕਿਆ ਤੇ ਇਹ ਪੁੱਛਿਆ ਭਾਈ ਜੈਤਾ ਜੀ ਨੂੰ ਵੀ ਕੋਈ ਸਿੱਖ ਨਹੀਂ ਸੀ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਤੇ ਭਾਈ ਜੈਤਾ ਜੀ ਕਹਿੰਦੇ ਨੇ ਸਿੱਖ ਤੇ ਬਹੁਤ ਹੋਣਗੇ ਪਰ ਸਾਰਿਆਂ ਨੇ ਭੇਸ ਵਲਟਾਇਆ ਹੋਇਆ ਸੀ। ਤੇ ਮਹਾਰਾਜ ਫਿਰ ਇੱਥੇ ਕਹਿੰਦੇ ਨੇ ਆ ਕੇ ਵਜਰ ਵਿੱਚ ਐਸੀ ਕੌਮ ਪੈਦਾ ਕਰ ਦਾਂਗਾ ਜਿਹੜਾ ਆਪਣਾ ਜਿਹੜਾ ਭੇਸ ਹੈ ਉਹ ਬਦਲਾ ਹੀ ਨਹੀਂ ਸਕੇਗੀ ਤੇ ਇਹਨਾਂ ਗਿੱਦੜਾਂ ਤੋਂ ਉਹਨਾਂ ਨੂੰ ਸ਼ੇਰ ਬਣਾ ਦਾਂਗਾ। ਹੁਣ ਸ਼ਕਤੀ ਦਾ, ਹੁਣ ਕਿਰਪਾਨ ਚੁੱਕਣ ਦਾ ਸਮਾਂ ਆ ਗਿਆ। ਤੇ ਮਾਤਾ ਨਾਨਕੀ ਜੀ ਵੀ ਬੜੇ ਪ੍ਰੇਮ ਨਾਲ ਮੱਥਾ ਟੇਕਦੇ ਨੇ ਕਿਉਂਕਿ ਗੁਰਤਾ ਗੱਦੀ ਤੇ ਵਿਰਾਜਮਾਨ ਸੀ ਉਹਨਾਂ ਦੇ ਲਾਲ। ਤੇ ਮੱਥਾ ਟੇਕ ਕੇ ਕਹਿੰਦੇ ਨੇ ਲਾਲ ਜੀ ਜਿਵੇਂ ਤੁਸੀਂ ਗਏ ਸੀ ਨਾ, ਜਿਵੇਂ ਤੁਹਾਡੇ ਮੁਖ ਤੇ ਆਭਾ ਸੀ, ਜਿਵੇਂ ਲਾਲੀ ਸੀ, ਵਾਪਸ ਵੀ ਆਏ ਹੋ ਨਾ ਉਵੇਂ ਹੀ ਹੈ ਤੁਹਾਡਾ ਮੁਖ। ਤੁਹਾਡੇ ਮੁਖ ਦੀ ਚਮਕ, ਇਹ ਆਭਾ, ਇਹ ਲਾਲੀ, ਇਹ ਨੂਰਾਨੀ,
ਇਹ ਜਿਹੜਾ ਚਿਹਰਾ ਹੈ ਉਹਦੀ ਚਮਕ ਬਿਲਕੁਲ ਵੀ ਘੱਟੀ ਨਹੀਂ, ਉਹ ਪਰਮਾਤਮਾ ਦੀ ਜਿਹੜੀ ਅੰਦਰ ਜੋਤ ਹੈ ਨਾ ਉਹਦੀ ਚਮਕ ਹਲੇ ਵੀ ਤੁਹਾਡੇ ਚਿਹਰੇ ਤੇ ਉਵੇਂ ਹੀ ਨੇ। ਇਸ ਤਰ੍ਹਾਂ ਜਦੋਂ ਪਿਆਰ ਕਰਦੇ ਨੇ ਆਪਣੇ ਲਾਲ ਨੂੰ ਤੇ ਫਿਰ ਜਦੋਂ ਦੇਖਦੇ ਨੇ ਮਾਤਾ ਗੁਜਰ ਕੌਰ ਜੀ ਦਰਸ਼ਨ ਕਰਦੇ ਨੇ ਗੁਰੂ ਸਾਹਿਬਾਂ ਦੇ ਮਹਿਲ, ਜਦੋਂ ਉਹ ਆਪਣੇ ਪਤੀ ਸਤਿਗੁਰੂ ਦੇ ਦਰਸ਼ਨ ਕਰਦੇ ਨੇ ਤੇ ਮਾਤਾ ਗੁਜਰ ਜੀ ਕੀ ਅਰਦਾਸ ਕਰਦੇ ਨੇ ਕਿ ਮੇਰੇ ਪਤੀ ਸਤਿਗੁਰੂ ਦੇਵ ਆਪ ਜੀ ਦੀ ਨਿਭ ਗਈ ਏ, ਕਿਰਪਾ ਕਰਨਾ ਕਿ ਮੇਰੀ ਵੀ ਤਾਂ ਜ਼ਿੰਦਗੀ ਸਿੱਖੀ ਜਿਹੜੀ ਏ ਉਹ ਸਵਾਸਾਂ ਨਾਲ ਨਿਭ ਜਾਵੇ। ਦੇਖੋ ਮਾਤਾ ਗੁਜਰ ਕੌਰ ਜੀ ਦੀ ਵੀ ਨਿਭੀ ਏ, ਉਹਨਾਂ ਨੇ ਉਸੇ ਸਮੇਂ ਅਰਦਾਸ ਕਰ ਲਿੱਤੀ। ਸ਼ਾਇਦ ਉਹ ਜਾਣਦੇ ਹੋਣਗੇ ਮਨ ਵਿੱਚ ਉਹਨਾਂ ਨੇ ਕੀ ਕਰਨਾ ਹੈ, ਤੇ ਉਹਨਾਂ ਨੇ ਬੇਨਤੀ ਕੀਤੀ ਤੁਹਾਡੀ ਨਿਭ ਗਈ ਏ ਮੇਰੀ ਨਿਭ ਜਾਏ ਐਸੀ ਕਿਰਪਾ ਕਰਨਾ। ਐਵੇਂ ਜਦੋਂ ਬੇਨਤੀਆਂ ਕੀਤੀਆਂ ਤੇ ਉਹ ਵਿਮਾਨ ਵਿੱਚ ਪਾਲਕੀ ਵਿੱਚ ਗੁਰੂ ਸਾਹਿਬ ਦਾ ਸੀਸ ਵਿਰਾਜਮਾਨ ਕਰਵਾ ਕੇ ਇੱਥੋਂ ਦੀ ਛੈਣੇ ਢੋਲਕੀਆਂ ਨਾਲ ਸ਼ਬਦ ਗਾਇਨ ਕਰਦੇ ਹੋਏ 9ਵੇਂ ਪਾਤਸ਼ਾਹ ਦੀ ਬਾਣੀ ਜਗ੍ਹਾ ਗਾਈ ਗਈ ਤੇ ਇੱਥੋਂ ਦੀ ਜਿਹੜਾ ਸੀਸ ਹੈ ਉਹ ਫਿਰ ਅਨੰਦਪੁਰ ਸਾਹਿਬ ਜਿੱਥੇ ਅੱਜ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਬੜਾ ਸੋਹਣਾ, ਉਹ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਲੈ ਕੇ ਗਏ ਸੀਸ ਨੂੰ, ਉੱਥੇ ਜਾ ਕੇ ਸੰਸਕਾਰ ਹੋਇਆ ਇਸ ਸੀਸ ਦਾ। ਤੇ ਜਦੋਂ ਸੀਸ ਦਾ ਸੰਸਕਾਰ ਹੋਇਆ ਤੇ ਐਸੇ ਸਥਾਨ ਤੇ ਅੱਗੇ ਸਥਾਨ ਬਣਿਆ ਹੋਇਆ ਜਿਹਨੂੰ ਬੁੰਗਾ ਸਾਹਿਬ ਕਹਿੰਦੇ ਨੇ, ਅਕਾਲ ਬੁੰਗਾ। ਇੱਥੇ ਖੜੇ ਹੋ ਕੇ ਫਿਰ 10ਵੇਂ ਪਾਤਸ਼ਾਹ ਨੇ ਸਾਰੇ ਸੰਗਤ ਨੂੰ, ਪਰਿਵਾਰ ਵੀ ਜਿਹੜਾ ਹੋਰ ਆਇਆ ਹੋਇਆ ਸੀ, ਗੁਰੂ ਸਾਹਿਬ ਦੇ ਤਾਇਆ ਜੀ ਜਿਹੜੇ ਸੂਰਜਮਲ ਸੀ ਉਹਨਾਂ ਦਾ ਪਰਿਵਾਰ ਵੀ ਇਸ ਸਮੇਂ ਸਾਰਾ ਨਾਲ ਸੀ ਜਿਹੜਾ ਸੀਸ ਨੂੰ ਲੈਣ ਗਏ ਸੀ। ਤੇ ਇਹ ਸਾਰੇ ਪਰਿਵਾਰ ਨੂੰ ਤੇ ਸੰਗਤ ਨੂੰ ਖੜੇ ਹੋ ਕੇ 10ਵੇਂ ਪਾਤਸ਼ਾਹ ਨੇ ਸੰਬੋਧਿਤ ਹੋ ਕੇ ਕਿਹਾ ਸੀ ਕਿ ਹੁਣ ਤਲਵਾਰ ਕਿਰਪਾਨ ਦੇ ਦਸਤੇ ਤੇ ਹੱਥ ਜਾਏਗਾ ਤੇ ਉਹ ਕੌਮ ਤਿਆਰ ਹੋਏਗੀ ਜਿਹੜੀ ਗਿੱਦੜਾਂ ਤੋਂ ਸ਼ੇਰ ਬਣੇਗੀ। ਤੇ ਚੜ੍ਹਦੀ ਕਲਾ ਦਾ ਅਨੁਭਵ ਕਰੋ ਕਿ ਪਿਤਾ ਜੀ ਨੇ ਸੱਚਖੰਡ ਪਿਆਨਾ ਕੀਤਾ ਹੈ। ਉਹਨਾਂ ਦੀ ਸ਼ਾਨ ਵਿੱਚ ਰੋਣਾ ਦੁੱਖ ਵਾਲਾ ਨਹੀਂ ਹੈ, ਇਹ ਚੜ੍ਹਦੀ ਕਲਾ ਵਾਲਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਗੁਰੂ ਸਾਹਿਬ ਨੇ, ਸਾਡੇ ਪਿਤਾ ਨੇ ਸੀਸ ਦੇ ਦਿੱਤਾ ਪਰ ਸਿਰ ਨਹੀਂ ਦਿੱਤਾ। ਸੀਸ ਦੇ ਦਿੱਤਾ ਪਰ ਸੀ ਨਹੀਂ ਉਚਰੀ। ਧੀਰਜ ਕਿੰਨਾ ਸੀ ਕਿ ਸੀ ਨਹੀਂ ਉਚਰੀ, ਤੇ ਇਰਾਦਾ ਕਿੰਨਾ ਪੱਕਾ ਸੀ, ਆਪਣਾ ਹੱਥ ਨਹੀਂ ਛੋੜਿਆ। ਜੋ ਵਚਨ ਦਿੱਤਾ ਸੀ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਏ। ਸਿਰ ਦੇ ਦਿੱਤਾ ਪਰ ਬਾਂਹ ਨਹੀਂ ਛੱਡੀ। ਇਹ ਮਹਾਰਾਜ ਨੇ ਜਦੋਂ ਐਵੇਂ ਸੰਗਤਾਂ ਨੂੰ ਕਿਹਾ ਤੇ ਸੰਗਤਾਂ ਨੂੰ ਥੋੜੀ ਢਾਢਸ ਬੰਦੀ ਤੇ ਅੱਗੋਂ ਦੀ ਫਿਰ ਮਹਾਰਾਜ ਨੇ ਜੋ 10ਵੇਂ ਪਾਤਸ਼ਾਹ ਨੇ, ਆਪ ਜੀ ਜਾਣਦੇ ਹੋ, ਜੋ 9ਵੇਂ ਪਾਤਸ਼ਾਹ ਨੇ ਕਿਹਾ ਸੀ ਆਉਣ ਵਾਲੇ ਭਵਿੱਖ ਅੰਦਰ ਮੇਰੇ ਲਾਲ ਨੇ ਬਾਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜੋ ਨਿਕਲੇਗੀ ਤੇਗ ਉਹ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਉਹੀਓ ਵਰਤਾਰਾ ਵਰਤਿਆ ਮਹਾਰਾਜ ਦੇ। ਐਵੇਂ ਜਿਹੜੇ ਸਾਰੇ ਸ਼ਹੀਦੀ ਸਾਕੇ ਦੇ ਆਪ ਸਭ ਸੰਗਤ ਨੇ ਦਰਸ਼ਨ ਕੀਤੇ। ਮਹਾਰਾਜ ਕਿਰਪਾ ਕਰਨ, ਸਾਨੂੰ ਆਪਣੇ ਦਰ ਕਰ ਤੋਂ ਆਪਣੀ ਪ੍ਰੀਤ ਬਖਸ਼ਿਸ਼ ਕਰਨ, ਇੰਨੀ ਪ੍ਰੀਤ ਬਖਸ਼ਿਸ਼ ਕਰਨ ਕਿ ਅਸੀਂ ਵੀ ਆਪਣਾ ਸੀਸ ਭੇਟ ਦੇਣ ਜੋਗੇ ਹੋ ਜਾਈਏ। ਸਤਿਗੁਰੂ ਆਗੇ ਸੀਸ ਭੇਟ ਦਿਓ ਜੇ ਸਤਿਗੁਰੂ ਸੱਚ ਹੈ, ਜੇ ਉਹਨਾਂ ਨੂੰ ਭਾਵੇ। ਤੇ ਮਹਾਰਾਜ ਨੂੰ ਕੀ ਪਾਉਂਦਾ ਹੈ? ਉਹ ਵਾਲਾ ਸੀਸ ਜਿਹਦੇ ਵਿੱਚ ਆਪਣੀ ਮਨਮਤ ਨਾ ਹੋ ਰਹਿ ਜਾਏ ਤੇ ਗੁਰਮਤ ਹੋ ਜਾਏ। ਸੀਸ ਭੇਟ ਦੇਣ ਦਾ ਮਤਲਬ ਹੈ ਕਿ ਅਸੀਂ ਆਪਣਾ ਸਿਰ ਦੇਤਾ, ਆਪਣੀ ਮਤ ਦੇਤੀ, ਆਪਣੀ ਦਿਮਾਗ ਦੇਤਾ, ਆਪਣੀ ਪਹਿਚਾਨ ਦੇਤੀ। ਜੇ ਸਿਰ ਮੇਰੇ ਉੱਪਰ ਨਾ ਹੋਵੇ, ਇਸ ਭੈਣ ਉੱਪਰ ਵੀ ਇਹ ਸਿਰ ਨਾ ਰਵੇ, ਸਾਡੇ ਧੜ ਪਏ ਹੋਣ ਤੇ ਪਹਿਚਾਨ ਕਰਨਾ ਮੁਸ਼ਕਲ ਹੈ ਕਿ ਇਹ ਕਿਹਦਾ ਹੈ। ਐਵੇਂ ਹੁੰਦਾ ਨਾ, ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਕਹਿੰਦੇ ਨੇ ਉਹਨਾਂ ਦੀ ਧੜ ਦੀ ਪਛਾਣ ਹੀ ਨਹੀਂ ਹੋ ਰਹੀ ਸੀ, ਕਿੱਦਾਂ ਹੱਥ ਹੈ ਕਿੱਦਾਂ ਪੈਰ ਹੈ। ਇਹ ਸਿਰ ਤੋਂ ਪਛਾਣ ਹੈ, ਅਹੰਕਾਰ ਇਹ ਹੀ ਹੈ ਸਾਡਾ ਕਿ ਸਾਡੀ ਪਛਾਣ ਕੀ ਹੈ, ਅਸੀਂ ਕੌਣ ਆ। ਇਹ ਮੈਂ ਸਾਰੀ ਇਹ ਸਿਰ ਕਰਕੇ ਹੀ ਹੁੰਦੀ ਹੈ। ਤੇ ਆਪਣਾ ਸੀਸ ਭੇਟ ਦੇ ਦੇਣਾ, ਆਪਣੀ ਮੈਂ ਦੇ ਦੇਣੀ ਤੇ ਹੋਮ ਹੁਆ ਖੁਦਾ ਹੁਆ। ਮਹਾਰਾਜ ਕਹਿੰਦੇ ਆਪਣਾ ਸੀਸ ਭੇਟ ਮੈਨੂੰ ਦੇ ਦਿਓ ਤੇ ਮੇਰੇ ਪਿਤਾ ਦਾ, ਗੁਰੂ ਤੇਗ ਬਹਾਦਰ ਦਾ ਸੀਸ ਜਿਹੜਾ ਹੈ, ਸੀਸਗੰਜ ਜਿਹੜੇ ਸੀਸ ਉਹਨਾਂ ਨੇ ਸਥਾਪਿਤ ਕੀਤਾ ਉਹ ਲਗਵਾ ਲਓ ਤੇ ਉਹਦੀ ਕਿਰਪਾ ਥੱਲੇ, ਉਹਦੇ ਆਸਰੇ ਥੱਲੇ ਤੁਸੀਂ ਸਾਰੇ ਰਹੋ। ਮਹਾਰਾਜ ਕਿਰਪਾ ਕਰਨ, ਸਾਨੂੰ ਆਪਣੇ ਦਰ ਕਰ ਤੋਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਬਖਸ਼ਿਸ਼ ਕਰਨ। ਮਹਾਰਾਜ ਬੇਅੰਤ ਕਿਰਪਾ ਕਰਨ। ਕੱਲ ਜੋ ਦੀਵਾਨ ਸੱਜਣਗੇ ਉਹ 11:30 ਤੋਂ 1:30 ਸੱਜਣਗੇ। ਆਪ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। झूलते निशान रहे पंथ महाराज के, झूलते निशान रहे पंथ महाराज, सजते दीवान रहे गुरु महाराज, सजते दीवान रहे गुरु महाराज, गुरु तेग बहादुर सिमरे कर नौ नित आवे ताए, गुरु तेग बहादुर सिमरे कर नौ नित आवे ताए, सब थाई होए सहाय, सब थाई होए सहाय। वाहिगुरु जी का खालसा, वाहिगुरु जी की फतेह।